ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਧਿਆਨ ਜਾਂ ਉਪਾਸਨਾ ਦਾ ਫਲ ਜਾਂ ਈਸ਼ਵਰ ਦੀ ਉਪਾਸਨਾ ਕਿਉਂ ਕਰੀਏ? ਜੇਕਰ ਅਸੀਂ ਅੱਗ ਦੇ ਕੋਲ ਬੈਠਦੇ ਹਾਂ ਤਾਂ ਅੱਗ ਸਾਨੂੰ ਆਪਣਾ ਗੁਣ ਗਰਮੀ ਦਿੰਦੀ ਹੈ, ਕਿਉਂਕਿ ਹਰ ਚੀਜ਼ ਆਪਣਾ ਪ੍ਰਭਾਵ ਪਾਉਂਦੀ ਹੈ। ਗਰਮੀ ਦਾ ਵੀ ਪ੍ਰਭਾਵ ਹੈ, ਸਰਦੀ ਦਾ ਵੀ ਹੈ। ਗਰਮੀ ਆਉਂਦੀ ਆਪਾਂ ਬੜੇ ਬਰੀਕ ਕੱਪੜੇ ਪਾਉਂਦੇ ਹਾਂ, ਸਿਆਲ ਆਉਂਦੀ ਹੈ ਗਰਮ ਪਾਉਣੇ, ਅਤੇ ਜੇ ਨਹੀਂ ਕਰਾਂਗੇ ਤਾਂ ਸਿਆਲ ਨੂੰ ਵੀ ਆਪਾਂ ਮਲਮਲ ਦਾ ਪਾਉਣਾ ਤਾਂ ਫਿਰ ਨਮੂਨੀਆ ਨੇ ਪੈਣਾ, ਵਿਚਾਰ ਤਾਂ ਕਰਨੀ ਪੈਣੀ ਨਾ। ਅਤੇ ਉੱਧਰ ਨੂੰ ਗਰਮੀਆਂ ਨੂੰ ਕਹੋ ਵੀ ਮੈਂ ਹੁਣ ਕੋਟ ਪਾਉਣਾ, ਫਿਰ ਤਾਂ ਸਰੀਰ ਉਚੜੂਗਾ ਕਿ ਨਹੀਂ, ਜ਼ਖਮ ਹੋਣਗੇ ਕਿ ਨਹੀਂ। ਇਸ ਤਰ੍ਹਾਂ ਹਰ ਚੀਜ਼ ਪ੍ਰਭਾਵ ਦਿੰਦੀ ਹੈ। ਇਸ ਤਰ੍ਹਾਂ ਕਹਿੰਦੇ ਜੇ ਅੱਗ ਕੋਲ ਬਹਿੰਦੇ ਹਾਂ ਸਾਨੂੰ ਗਰਮੀ ਦਾ ਗੁਣ ਦਿੰਦੀ ਹੈ, ਠੰਡ ਦੂਰ ਕਰਦੀ ਹੈ। ਜਿਸ ਦੀ ਵੀ ਤੁਸੀਂ ਸੰਗਤ ਕਰੋਗੇ ਉਹ ਆਪਣੇ ਗੁਣ ਆਪ ਨੂੰ ਦੇਵੇਗਾ। ਵਕੀਲ ਕੋਲ ਬੈਠਣ ਨਾਲ ਕਾਨੂੰਨ ਦੀਆਂ ਗੱਲਾਂ ਅਤੇ ਡਾਕਟਰ ਕੋਲ ਬੈਠਣ ਨਾਲ ਰੋਗਾਂ ਦੇ ਇਲਾਜ ਦੀ ਆਪ ਨੂੰ ਜਾਣਕਾਰੀ ਹੋ ਜਾਵੇਗੀ। ਇਸੇ ਤਰ੍ਹਾਂ ਪਰਮਾਤਮਾ ਦੇ ਕੋਲ ਬੈਠਣ ਭਾਵ ਉਸ ਦੀ ਉਪਾਸਨਾ ਕਰਨ ਨਾਲ ਪਰਮਾਤਮਾ ਵੀ ਆਪ ਨੂੰ ਆਪਣੇ ਗੁਣ ਦਿੰਦਾ ਹੈ। ਉਹ ਗੁਣ ਹਨ ਕਿਹੜੇ ਕਿਹੜੇ ਆ ਕਿ ਇੱਕ ਤਾਂ ਤੇਜ ਆ, ਦੂਜਾ ਪਵਿੱਤਰਤਾ, ਤੀਜਾ ਆਤਮਕ ਬਲ ਆ, ਚੌਥਾ ਆਨੰਦ ਆ, ਪੰਜਵਾਂ ਸ਼ਾਂਤੀ ਹੈ, ਛੇਵਾਂ ਨਿਰਵੈਰਤਾ ਹੈ ਔਰ ਸੱਤਵਾਂ ਪ੍ਰੇਮ ਹੈ, ਅੱਠਵਾਂ ਨਿਸ਼ਚਿੰਤਤਾ, ਚਿੰਤਾ ਤੋਂ ਰਹਿਤ ਹੋ ਜਾਂਦਾ ਹੈ, ਨੌਵਾਂ ਮਨ ਦੀ ਸਥਿਰਤਾ, ਮਨ ਟਿਕਣ ਲੱਗ ਜਾਂਦਾ, ਸੱਤਵਾਂ ਸੱਚ ਆ ਜਾਂਦਾ ਹੈ ਔਰ 10ਵਾਂ ਸੰਤੋਖ ਆ ਜਾਂਦਾ ਹੈ। ਹਾਂਜੀ, ਫਿਰ 11ਵਾਂ ਅੰਤਰਮੁਖੀ ਬਿਰਤੀ ਹੋ ਜਾਂਦੀ ਹੈ। ਹਾਂਜੀ, ਅਤੇ ਇਸ ਤਰ੍ਹਾਂ ਫਿਰ 12ਵਾਂ ਕਾਮ ਕ੍ਰੋਧ ਆਦਿਕ ਦਾ ਖਾਤਮਾ ਹੋ ਜਾਂਦਾ, 13ਵਾਂ ਗਿਆਨ ਆਦਿਕ, ਹਾਂਜੀ ਵਿਵੇਕ ਆਦਿਕ ਜਿਹੜੇ ਸ਼ੁਭ ਗੁਣ ਆ ਪੈਦਾ ਹੋ ਜਾਂਦੇ ਹਨ। ਧਿਆਨ ਲਾਉਣ ਨਾਲ ਮਨ ਅਤੇ ਸਰੀਰ ਬਦਲ ਜਾਂਦਾ ਹੈ। ਜਿਵੇਂ ਉਹ ਆਪਣੇ ਇੱਕ ਕੀੜਾ ਆ, ਭਰਿੰਗੀ ਕੀੜਾ, ਉਹ ਦੂਏ ਕੀੜੇ ਨੂੰ ਆਪਣਾ ਧਿਆਨ ਦਿੰਦਾ ਨਾ, ਉਹਨੂੰ ਭਰਿੰਗੀ ਬਣਾ ਦਿੰਦਾ। ਧਿਆਨ 'ਚ ਐਸੀ ਤਾਕਤ ਆ। ਇਸ ਤਰ੍ਹਾਂ ਉਹ ਪਰਮਾਤਮਾ ਦਾ ਧਿਆਨ ਕਰਨ ਮਨ ਵੀ ਬਦਲ ਜਾਂਦਾ, ਸਰੀਰ ਵੀ ਬਦਲ ਜਾਂਦਾ। ਜਿਸ ਤਰ੍ਹਾਂ ਤਾਂਬੇ ਨੂੰ ਰਸਾਇਣ ਦੁਆਰਾ ਸੋਨੇ ਵਿੱਚ ਬਦਲਿਆ ਜਾ ਸਕਦਾ ਹੈ। ਜਿਹੜੇ ਉਹ ਇਹ ਰਸਾਇਣੀਏ ਨਾ, ਉਹ ਤਾਂਬੇ ਨੂੰ ਪਿਘਲਾ ਕੇ ਮਾੜਾ ਜਿਹਾ ਡੱਖਾ ਕੁ ਪਾ ਦੇਣ, ਉਹ ਤਾਂਬਾ ਸੋਨਾ ਬਣ ਜਾਂਦਾ ਹੈ। ਉਸੇ ਤਰ੍ਹਾਂ ਧਿਆਨ ਦੁਆਰਾ ਵਿਸ਼ਈ ਮਨ ਸ਼ੁੱਧ ਮਨ ਵਿੱਚ ਬਦਲ ਜਾਂਦਾ ਹੈ। ਮਨ ਸ਼ਾਂਤ ਅਤੇ ਸਥਿਰ ਹੋ ਜਾਂਦਾ ਹੈ, ਆਨੰਦ ਦਾ ਅਨੁਭਵ ਹੁੰਦਾ ਹੈ ਅਤੇ ਸਾਧਕ ਪਰਮਾਤਮਾ ਦੇ ਸੰਪਰਕ ਵਿੱਚ ਆ ਜਾਂਦਾ ਹੈ। ਔਰ ਨਿਯਮ ਨਾਲ ਧਿਆਨ ਇਹ ਨਹੀਂ ਪਏ 2 ਦਿਨ ਨਿਤਨੇਮ ਕਰ ਲਿਆ, 4 ਦਿਨ ਕੀਤਾ ਹੀ ਨਾ, ਨਿਯਮ ਬਣਾਉਣਾ ਪੈਂਦਾ। ਨਿਯਮਤ ਧਿਆਨ ਨਾਲ ਅਪਰੋਕਸ਼ ਗਿਆਨ ਦੇ ਦੁਆਰ ਖੁੱਲ੍ਹਦੇ। ਹਾਂਜੀ, ਫਿਰ ਗਿਆਨ ਹੋ ਜਾਂਦਾ ਅਤੇ ਜਿਹੜੇ ਅਗਿਆਨਤਾ ਦੇ ਪੜਦੇ ਉਹ ਦੂਰ ਹੋ ਜਾਂਦੇ ਆ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਤਰ੍ਹਾਂ ਦੁੱਧ ਤੋਂ ਮੱਖਣ ਕੱਢਦੇ ਹਾਂ ਉਸੇ ਤਰ੍ਹਾਂ ਧਿਆਨ ਦੇ ਅਭਿਆਸ ਨਾਲ ਬ੍ਰਹਮ ਨੂੰ ਪ੍ਰਾਪਤ ਕਰਦੇ ਹਨ। ਸ਼ੁੱਧ ਹਿਰਦੇ ਦੁਆਰਾ ਬ੍ਰਹਮ ਦਾ ਸਾਖਿਆਤਕਾਰ ਹਾਂਜੀ ਆਸਾਨ ਹੁੰਦਾ ਹੈ। ਇਸ ਤਰ੍ਹਾਂ ਧਿਆਨ ਦਾ ਫਲ ਮਨ ਦੀ ਇਕਾਗਰਤਾ ਅਤੇ ਅੰਤ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਲਈ ਜੋ ਈਸ਼ਵਰ ਦੀ ਉਪਾਸਨਾ ਕਰਦੇ ਹਨ ਭਾਵ ਯੋਗ ਧਿਆਨ ਵਿੱਚ ਉਹਦੇ ਅੰਦਰ ਲੀਨ ਹੋ ਕੇ ਉਸ ਦੇ ਨੇੜੇ ਹੋ ਜਾਂਦੇ ਹਨ। ਉਹ ਤੇਜ ਨਿਰਭੈਤਾ, ਹੁਣ ਮੂਲ ਮੰਤਰ ਪੜ੍ਹੀਏ ਵਿੱਚ ਮਹਾਰਾਜ ਦੇ ਗੁਣ ਹੀ ਲਿਖੇ ਨਾ, ਉਹ ਜਾਪ ਕਰਨਾ ਹੌਲੀ ਹੌਲੀ ਉਹ ਗੁਣ ਆਉਣ ਲੱਗ ਜਾਂਦੇ ਆ। ਨਿਰਭੈ ਅਵਸਥਾ ਆ ਜਾਂਦੀ ਹੈ, ਨਿਰਵੈਰ ਅਵਸਥਾ ਆ ਜਾਂਦੀ ਹੈ, ਆਦਿ ਗੁਣਾਂ ਨਾਲ ਸੁਸ਼ੋਭਿਤ ਹੋ ਜਾਂਦੇ ਹਨ। ਹਾਂਜੀ, ਔਰ ਇੱਕ ਓਂਕਾਰ ਦਾ ਜਾਪ ਅਤੇ
ਉਸ ਦੇ ਅਰਥ ਦਾ ਧਿਆਨ ਸਮਾਧੀ ਲਾਭ ਦਾ ਉਪਾਅ ਹੈ ਅਤੇ ਭਗਵਤ ਸਾਖਿਆਤਕਾਰ ਆਸਾਨ ਹੋ ਜਾਂਦਾ ਹੈ। ਪਰ ਮਨ ਟਿਕਦਾ ਨਹੀਂ ਨਾ, ਮਨ ਖਲੋਂਦਾ ਨਹੀਂ। ਬੁੱਧੂ ਦਾ ਮਨ ਹਾਲੇ ਭਟਕ ਰਿਹਾ। ਹੁਣ ਇੰਨੇ ਜਪਜੀ ਸਾਹਿਬ ਪੜ੍ਹਨ ਦਾ ਮਤਲਬ ਇਹ ਆ ਕਿ ਮਨ 'ਚ ਕੋਈ ਸਥਿਰਤਾ, ਕੋਈ ਟਿਕਾ ਹੋਣਾ ਕਿ ਨਹੀਂ। ਅਤੇ ਮਨ ਜਿਹੜਾ ਉਹ ਹਾਲੇ ਦੌੜਦਾ ਆ, ਐਵੇਂ ਵੀ ਜਿਵੇਂ ਪਿੰਜਰੇ 'ਚ ਪੈ ਗਏ ਨਿਕਲੀਏ ਦਵਾ ਸੱਟ। ਉਹ ਵੀ ਸਿੰਘ ਹੀ ਸੀ, 8-8 ਮਹੀਨੇ ਘੇਰੇ ਪਏ ਹੋ ਸੀ, ਫੇਰ ਵੀ ਰਹਿੰਦੇ ਸੀ ਵੀ ਤੁਹਾਨੂੰ ਕੀ ਤੰਗੀ ਆ। ਈਸ਼ਵਰ ਦਾ ਧਿਆਨ ਕਿਵੇਂ ਕਰਨਾ ਚਾਹੀਦਾ? ਇੱਕ ਪਾਸੇ ਤਾਂ ਕਹਿੰਦੇ ਆ ਸਾਡਾ ਮਨ ਟਿਕ ਜਾਏ, ਰੱਬ ਮਿਲ ਜਾਏ। ਦੂਏ ਪਾਸੇ ਜੇ ਕੋਈ ਦੱਸਦੇ ਆ ਸਾਧਨ ਤਾਂ ਮਨ ਖਲੋਂਦੇ ਨਹੀਂ ਤੁਹਾਡੇ। ਭਾਵ ਈਸ਼ਵਰ ਦਾ ਧਿਆਨ ਲਗਾਉਣ ਜਾਂ ਓਮ ਦਾ ਜਪ ਹਾਂਜੀ ਕਰਨ ਦੀਆਂ ਵਿਧੀਆਂ, ਇਹ ਗੱਲਾਂ ਮਤਲਬ ਇਹ ਨਹੀਂ ਹੈਗੀਆਂ ਵੀ ਪੜ੍ਹ ਸੁਣ ਲਈਆਂ, ਇਹਨਾਂ ਨੂੰ ਫਿਰ ਅਮਲ ਲਿਆ ਕੇ ਤਾਂ ਕਰਨਾ ਵੀ ਪੈਣਾ ਕੁਛ ਨਾ ਕੁਛ। ਨੰਬਰ 1, ਈਸ਼ਵਰ ਦਾ ਧਿਆਨ ਕੀਤੇ ਬਿਨਾਂ ਗਿਆਨ ਨਹੀਂ ਹੁੰਦਾ ਅਤੇ ਨਾ ਹੀ ਮੁਕਤੀ ਮਿਲਦੀ ਹੈ। ਸਮਾਧੀ ਵਿੱਚ ਹੀ ਪ੍ਰਭੂ ਦੇ ਦਰਸ਼ਨ ਹੁੰਦੇ ਹਨ, ਕਿਉਂਕਿ ਧਿਆਨ ਪੂਰਵਕ ਦੇਖਣ ਨਾਲ ਹੀ ਹਾਂਜੀ ਰੱਸੀ ਵਿੱਚ ਸੱਪ ਦੀ ਪ੍ਰਤੀਤੀ ਹੁੰਦੀ ਹੈ ਅਤੇ ਇਹਦਾ ਹਾਂਜੀ ਔਰ ਫਿਰ ਜਿਹੜਾ ਬਾਰ-ਬਾਰ ਚਿੰਤਨ ਕਰਨਾ ਹੀ ਧਿਆਨ ਹੈ। ਜਿਵੇਂ ਗੁਰੂ ਸਾਹਿਬ ਦੇ ਨਾਲ ਪ੍ਰੀਤੀ ਹੈ, ਧੰਨ ਗੁਰੂ ਨਾਨਕ ਸਾਹਿਬ ਦਾ ਬਾਰ-ਬਾਰ ਉਹਨਾਂ ਨੂੰ ਚੇਤੇ ਕਰਨਾ ਹਾਂਜੀ ਅਤੇ ਉਸੇ ਧਿਆਨ ਵਿੱਚ ਬਿਰਤੀ ਨੂੰ ਟਿਕਾਉਣਾ। ਤੇਲ ਦੀ ਧਾਰਾ ਦੀ ਤਰ੍ਹਾਂ ਅਟੁੱਟ ਧਿਆਨ ਹੋਵੇ। ਤੇਲ ਦੀ ਧਾਰ ਟੁੱਟਦੀ ਨਹੀਂ ਨਾ, ਇਉਂ ਧਿਆਨ ਹੋਵੇ। ਧਿਆਨ ਲਗਾਉਂਦੇ ਸਮੇਂ ਬਜਾਤੀ ਬਿਰਤੀ ਨੂੰ ਛੱਡ ਕੇ ਸਜਾਤੀ ਬਿਰਤੀ ਦਾ ਲਗਾਤਾਰ ਪ੍ਰਵਾਹ ਹੋਵੇ। ਦੂਜੀਆਂ ਗੱਲਾਂ ਫਿਰ ਛੱਡ ਦੇਵੇ, ਇੱਕ ਗੁਰੂ ਮਹਾਰਾਜ ਦਾ ਹੀ ਧਿਆਨ ਹੋਵੇ। ਐਸਾ ਪ੍ਰਵਾਹ ਚੱਲੇ ਜਿਵੇਂ ਕੁਰਸੀ ਦਾ ਧਿਆਨ ਛੱਡ ਕੇ ਮੇਜ਼ ਦਾ ਧਿਆਨ ਨਾ ਕਰੋ। ਨਾਮ ਦੇ ਨਾਲ ਨਾਮੀ ਦਾ ਧਿਆਨ ਲਗਾਉਣਾ ਜ਼ਰੂਰੀ ਹੈ। ਜਿਹਦਾ ਨਾਮ ਜਪਦੇ ਆ ਉਹਦਾ ਧਿਆਨ ਜ਼ਰੂਰੀ ਹੈ। ਮੂੰਹ ਤੋਂ ਤਾਂ ਰਾਮ ਰਾਮ ਕਰੀ ਜਾਂਦੇ ਹਾਂ, ਅੰਦਰ ਧਿਆਨ ਹੋਰ ਕਰਦੇ ਹਾਂ, ਫਿਰ ਉਹ ਗੱਲ ਬਣਨੀ ਨਹੀਂ ਹੈ। ਜਦ ਤੁਸੀਂ ਨਿਰਵਿਕਲਪ ਅਤੇ ਨਿਰਿਛਾ ਹੋ ਜਾਵੋਗੇ ਤਾਂ ਆਤਮਾ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਵੇਗਾ। ਭਗਵਾਨ ਦੇ ਮੰਦਰ ਦਾ ਤਾਲਾ ਉਪਾਸਨਾ ਰੂਪੀ ਕੁੰਜੀ ਦੇ ਨਾਲ ਖੁੱਲ੍ਹਦਾ ਹੈ। ਹਾਂਜੀ, ਇਹ ਤਾਂ ਫਿਰ ਮਿਹਨਤ ਕਰਨੀ ਪੈਣੀ ਹੈ, ਗੱਲਾਂ ਨਾਲ ਨਹੀਂ ਹੋਣ। ਧਿਆਨ ਲਗਾਉਣ ਦੀ ਪਹਿਲੀ ਵਿਧੀ ਇਹ ਹੈ ਕਿ ਇੱਕ ਓਂਕਾਰ ਦਾ ਮਨ ਨਾਲ ਜਾਪ ਕਰੋ ਅਤੇ ਮਨ ਵਿੱਚ ਈਸ਼ਵਰ ਦੇ ਗੁਣਾਂ ਦਾ ਚਿੰਤਨ ਕਰੋ। ਪਰਮਾਤਮਾ ਦੇ ਬਾਰੇ ਵਿੱਚ ਵਿਚਾਰਾਂ ਦਾ ਪ੍ਰਵਾਹ ਚਲਾਉਣਾ ਹੀ ਈਸ਼ਵਰ ਚਿੰਤਨ ਹੈ। ਭਾਵ ਇੱਕ ਓਂਕਾਰ ਦੇ ਜਪ ਦੇ ਨਾਲ ਇੱਕ ਓਂਕਾਰ ਦੇ ਅੱਖਰਾਂ 'ਤੇ ਮਨ ਵਿੱਚ ਵਿਚਾਰ ਕਰਨਾ ਹੀ ਇੱਕ ਓਂਕਾਰ ਦਾ ਅਸਲੀ ਜਪ ਹੈ। ਜਿਵੇਂ ਕੋਈ ਪੁਸਤਕ ਪੜ੍ਹੇ ਅਤੇ ਨਾਲ ਨਾਲ ਉਹਦੇ ਅਰਥਾਂ ਦਾ ਵਿਚਾਰ ਕਰਦਾ ਜਾਵੇ, ਭਾਵ ਉਹਦੇ ਅਰਥ ਸਮਝਦਾ ਜਾਵੇ, ਨਹੀਂ ਤਾਂ ਪੜ੍ਹਨਾ ਵਿਅਰਥ ਹੈ। ਇਸ ਲਈ ਕਹਿੰਦੇ ਹਨ ਮੈਡੀਟੇਟ ਹਾਂਜੀ ਔਨ ਵਨ ਵਿਦ ਮੀਨਿੰਗ ਐਂਡ ਫੀਲਿੰਗ। ਅਰਥ ਕੀ ਹੈ? ਇੱਕ ਓਂਕਾਰ ਦਾ ਜਪ ਅਰਥ ਅਤੇ ਭਾਵਨਾ ਦੇ ਨਾਲ ਕਰੋ, ਅੰਦਰ ਭਾਵਨਾ ਬਣ ਜਾ। ਹਾਲੇ ਮਨ ਖਲੋਂਦਾ ਨਹੀਂ, ਸਰੀਰ ਬੁੱਢਾ ਹੋ ਗਿਆ, ਮਨ ਹਲੇ ਟਪੂਸੀਆਂ ਮਾਰਦਾ ਕਿ ਨਹੀਂ। ਤੀ ਇੱਕ ਦਿਨ ਹੋ ਜਾਂਦਾ ਵੀ ਹੁਣ ਭਾਣਜੇ ਨੂੰ ਸੱਦ ਲਈਏ, ਹਾਲੇ ਮਨ ਭਾਣਜੇ ਵੱਲ ਦੌੜਦਾ। ਅਤੇ ਮਹਾਰਾਜ ਗੁਰੂ ਨਾਨਕ ਦੇ ਚਰਨਾਂ 'ਚ ਬੈਠਾ, ਉੱਥੇ ਮਨ ਲੱਗਦਾ ਨਹੀਂ। ਮਨ ਹੀ ਮਨ ਜਪ ਕਰ ਬਿਰਤੀ ਧਿਆਨ ਅਰਥ ਮੈਂ ਹੋਏ ਹਾਂਜੀ ਦਰਸ਼ਨ ਹੋ ਪਿਰਿਆ ਓਮ ਕਾ ਜੀਵਨ ਪਾਵਨ ਹੋਏ। ਫਿਰ ਜੀਵਨ ਪਵਿੱਤਰ ਬਣੇਗਾ। ਇਸੇ ਤਰ੍ਹਾਂ ਧਰਮ ਸ਼ਾਸਤਰਾਂ 'ਚ ਲਿਖਿਆ, ਜੋ ਦਰਸ਼ਨ 'ਚ ਵੀ ਲਿਖਿਆ ਹੈ ਤਤ ਜਪਸ ਤਤ ਅਰਥ ਭਾਵਨਮ। ਕਹਿੰਦੇ ਭਾਵ ਕੀ ਹੈ? ਏਕ ਓਂਕਾਰ ਦਾ ਜਪ ਕਰ ਅਤੇ ਉਹਦੇ ਅਰਥਾਂ ਵਿੱਚ ਧਿਆਨ ਰੱਖ। ਭਾਵ ਜਿੱਥੇ ਮਨ ਦੇ ਹਾਂਜੀ ਓਮ ਓਮ ਜਾਂ ਏਕ ਓਂਕਾਰ ਦਾ ਉਚਾਰਨ ਹੋਵੇ, ਉੱਥੇ ਨਾਲ ਨਾਲ ਮਨ ਵਿੱਚ ਉਹਦੇ ਅਰਥਾਂ 'ਤੇ
ਵਿਚਾਰ ਵੀ ਕਰਦਾ ਜਾਵੇ ਅਤੇ ਉਹਦਾ ਅਰਥ ਦਿਮਾਗ ਅਤੇ ਬਿਠਾਇਆ ਜਾਵੇ। ਭਾਵ ਜਪ ਦੇ ਨਾਲ ਅਰਥਾਂ ਵਿੱਚ ਧਿਆਨ ਜ਼ਰੂਰੀ ਹੈ, ਕਿਉਂਕਿ ਨਾਮ ਦੇ ਨਾਲ ਨਾਮੀ ਦੀ ਸੁਰਤ ਹੋਣੀ ਜ਼ਰੂਰੀ ਹੈ। ਓਮ ਬ੍ਰਹਮ ਜਾਂ ਆਤਮਾ ਦਾ ਪ੍ਰਤੀਕ ਹੈ। ਇਹੀ ਓਮ ਦਾ ਅਰਥ ਹੈ। ਏਕ ਓਂਕਾਰ ਦਾ ਜਪ ਦੇ ਨਾਲ ਇਸ ਦੇ ਅਰਥ ਦੀ ਭਾਵਨਾ ਕਰਨ ਦਾ ਇਹ ਅਰਥ ਹੈ ਕਿ ਕਿਸੇ ਪਦਾਰਥ ਦਾ ਨਾਮ ਲੈਂਦੇ ਹੀ ਉਹਦਾ ਸਰੂਪ ਆਪਣੇ ਸਾਹਮਣੇ ਲਿਆਉਣਾ, ਉਸ ਦੇ ਵਿਚਾਰ ਦੁਆਰਾ ਇਸ ਤਰ੍ਹਾਂ ਦੇਖਣਾ ਜਿਵੇਂ ਉਸ ਨੂੰ ਮੌਜੂਦ ਪਾ ਕੇ ਦੇਖਿਆ ਜਾਂਦਾ ਹੈ। ਕੁਦਰਤੀ ਹੈ ਜਿਹਦਾ ਨਾਮ ਲਈਏ ਉਹਦਾ ਧਿਆਨ ਸ਼ਕਲ ਵੀ ਮੋਹਰੇ ਆ ਜਾਂਦੀ ਹੈ, ਅਤੇ ਜਦੋਂ ਗੁਰੂ ਮਹਾਰਾਜ ਦਾ ਕਰਾਂਗੇ ਫਿਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸਰੂਪ ਮੋਹਰੇ ਆਏਗਾ ਹੀ। ਇਸ ਲਈ ਜਦੋਂ ਜਲ ਦੇ ਅਰਥ ਦੀ ਭਾਵਨਾ ਕਰਨੀ ਹੋਵੇ ਤਾਂ ਪਾਣੀ ਨੂੰ ਚੱਲਦੇ ਹੋਏ ਅਤੇ ਇਸ ਦੇ ਨਾਲ ਇਸ ਦੀ ਝਰ ਝਰ ਦੀ ਆਵਾਜ਼ ਨੂੰ ਸਾਹਮਣੇ ਮੌਜੂਦ ਪਾਉਣਾ, ਉਸ ਦੀ ਠੰਡਕ ਨੂੰ ਆਪਣੀਆਂ ਅੱਖਾਂ ਅਤੇ ਸਰੀਰ ਵਿੱਚ ਮਹਿਸੂਸ ਕਰਨਾ, ਅੱਗ ਦਾ ਵਿਚਾਰ ਕਰਦੇ ਹੀ ਗਰਮੀ ਅਤੇ ਪ੍ਰਕਾਸ਼ ਦਾ ਹਾਜ਼ਰ ਹੋ ਜਾਣਾ, ਉਸ ਦੀ ਗਰਮੀ ਜਾਂ ਪ੍ਰਕਾਸ਼ ਨਾਲ ਆਪਣੇ ਆਪ ਨੂੰ ਪ੍ਰਕਾਸ਼ਿਤ ਮਹਿਸੂਸ ਕਰਨਾ, ਜਿਵੇਂ ਕਿਸੇ ਨਗਰ ਦਾ ਨਾਮ ਆਉਂਦੇ ਹੀ ਉਹਦਾ ਨਕਸ਼ਾ ਅੱਖਾਂ ਸਾਹਮਣੇ ਆ ਜਾਵੇ ਅਤੇ ਆਪ ਉੱਥੇ ਸੈਰ ਕਰਨ ਵਿੱਚ ਮਸਤ ਹੋ ਜਾਵੇ। ਪਰਮਾਤਮਾ ਦੀ ਭਾਵਨਾ ਦੇ ਵੀ ਇਹੀ ਅਰਥ ਹਨ ਕਿ ਏਕ ਓਂਕਾਰ ਕਹਿੰਦੇ ਹੀ ਪਰਮਾਤਮਾ ਦਾ ਸਰੂਪ ਪ੍ਰਤੀਤ ਹੋਣ ਲੱਗ ਜਾਵੇ ਅਤੇ ਉਹਦੇ ਪ੍ਰਕਾਸ਼ ਵਿੱਚ ਤੁਹਾਡਾ ਸਰੀਰ ਪ੍ਰਕਾਸ਼ਿਤ ਹੋਣ ਲੱਗ ਪਵੇ ਅਤੇ ਉਸ ਦੇ ਚਿੰਤਨ ਵਿੱਚ ਆਪਣੇ ਆਪ ਨੂੰ ਅਜਿਹਾ ਲੀਨ ਕਰ ਦਿੱਤਾ ਜਾਵੇ ਕਿ ਕਿਸੇ ਦੂਸਰੀ ਚੀਜ਼ ਦੇ ਵੱਲ ਮਨ ਨਾ ਜਾ ਸਕੇ। ਉਸ ਸਮੇਂ ਅਸੀਂ ਈਸ਼ਵਰ ਦੀ ਸਰਬ ਵਿਆਪਕਤਾ ਅਤੇ ਨੇੜਤਾ ਮਹਿਸੂਸ ਕਰੀਏ। ਅਸੀਂ ਆਪਣਾ ਅਜਿਹਾ ਮਹਿਸੂਸ ਕਰੀਏ ਕਿ ਸਾਡੇ ਮਨ ਵਿੱਚ ਈਸ਼ਵਰ ਦਾ ਪ੍ਰਕਾਸ਼ ਆ ਰਿਹਾ ਹੈ ਅਤੇ ਅੰਧਕਾਰ ਦੂਰ ਹੋ ਰਿਹਾ ਹੈ। ਸਾਡਾ ਮਨ ਗਿਆਨ ਨਾਲ ਭਰਪੂਰ ਹੋ ਰਿਹਾ ਹੈ। ਅਸੀਂ ਆਨੰਦ ਦੇ ਸਾਗਰ ਵਿੱਚ ਵਹਿੰਦੇ ਜਾ ਰਹੇ ਹਾਂ। ਅਜਿਹਾ ਮਹਿਸੂਸ ਕਰੇ ਕਿ ਮਨਵਾ ਮੇਰਾ ਨੂਰੋ ਨੂਰ ਹੋਇਆ, ਗਿਆਨ ਸੇ ਭਰਪੂਰ ਹੋਇਆ। ਅਜਿਹਾ ਮਹਿਸੂਸ ਕਰੋ ਕਿ ਮੈਂ ਸਤਿਚਿਤ ਆਨੰਦ ਹਾਂ, ਇਸ ਲਈ ਮੇਰੇ ਵਿੱਚ ਸੁੱਖ ਦੁੱਖ ਹਰਖ ਸੋਖ ਆਦਿ ਨਹੀਂ ਹੈ। ਏਕ ਓਂਕਾਰ ਹੀ ਬ੍ਰਹਮ ਹੈ, ਸੋ ਬ੍ਰਹਮ ਮੇਰੀ ਹੀ ਆਤਮਾ ਹੈ ਆਦਿ। ਮਨੁੱਖ ਜਿਸ ਤਰ੍ਹਾਂ ਦਾ ਸੋਚਦਾ ਹੈ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਇਸ ਲਈ ਜੇਕਰ ਕਿਸੇ ਸੰਸਾਰਕ ਪਦਾਰਥ ਦੇ ਬਾਰੇ ਵਿੱਚ ਸੋਚਾਂਗੇ ਤਾਂ ਮਨ ਉਸ ਪਦਾਰਥ ਦੀ ਸ਼ਕਲ ਧਾਰ ਲਵੇਗਾ ਅਤੇ ਜੇਕਰ ਬ੍ਰਹਮ ਦਾ ਚਿੰਤਨ ਕਰਾਂਗੇ ਤਾਂ ਬ੍ਰਹਮ ਰੂਪ ਹੀ ਹੋ ਜਾਵਾਂਗੇ। ਇਸ ਲਈ ਬ੍ਰਹਮ ਦਾ ਹੀ ਚਿੰਤਨ ਕਰੋ। ਕਾਰਨ ਵੱਲ ਨਜ਼ਰ ਜਾਵੇ, ਕਾਰਜ ਵੱਲ ਨਹੀਂ। ਹਰ ਸਥਾਨ ਵਿੱਚ ਬ੍ਰਹਮ ਦੇਖੋ, ਨਾ ਕਿ ਸੰਸਾਰ। ਇਸ ਨਾਲ ਬ੍ਰਹਮ ਵਿਰਤੀ ਪੈਦਾ ਹੋਵੇਗੀ ਅਤੇ ਤੁਸੀਂ ਬ੍ਰਹਮ ਹੀ ਬਣ ਜਾਓਗੇ। ਇਸ ਲਈ ਸਦਾ ਆਪਣੇ ਆਤਮਾ ਦਾ ਹੀ ਚਿੰਤਨ ਕਰੋ। ਮਨ ਵਿੱਚ ਇਹ ਵਿਚਾਰ ਕਰੋ ਕਿ ਏਕ ਓਂਕਾਰ ਬ੍ਰਹਮ ਦਾ ਨਾਮ ਹੈ, ਕਿਉਂਕਿ ਨਾਮ ਅਤੇ ਨਾਮੀ ਵਿੱਚ ਭੇਦ ਨਹੀਂ ਹੁੰਦਾ ਅਤੇ ਨਾਮ ਹੀ ਨਾਮੀ ਹੁੰਦਾ ਹੈ। ਇਸ ਲਈ ਏਕ ਓਂਕਾਰ ਹੀ ਬ੍ਰਹਮ ਹੈ ਅਤੇ ਇਹ ਦ੍ਰਿਸ਼ਟਮਾਨ ਸੰਸਾਰ ਓਂਕਾਰ ਹੀ ਹੈ, ਭਾਵ ਓਂਕਾਰ ਦਾ ਹੀ ਸਰੂਪ ਹੈ। ਹਰ ਸਮੇਂ ਅਜਿਹਾ ਵਿਚਾਰ ਕਰਕੇ ਤੁਸੀਂ ਬ੍ਰਹਮ ਹੀ ਬਣ ਜਾਓਗੇ। ਕਹਿਣ ਦਾ ਭਾਵ ਇਹ ਹੈ ਕਿ ਓਮ ਦੇ ਜਾਪ ਦੇ ਨਾਲ ਨਾਲ ਈਸ਼ਵਰ ਦੇ ਗੁਣਾਂ ਦਾ ਚਿੰਤਨ ਕਰੋ, ਭਾਵ ਮਨ ਨਾਲ ਓਮ ਦਾ ਜਾਪ ਅਤੇ ਨਾਲ ਨਾਲ ਮਨ ਵਿੱਚ ਇਹ ਵਿਚਾਰ ਕਰੋ ਕਿ ਈਸ਼ਵਰ ਸਤਿਚਿਤ ਆਨੰਦ ਸਰੂਪ ਹੈ। ਉਹ ਗਿਆਨ ਪ੍ਰਕਾਸ਼ ਅਤੇ ਆਨੰਦ ਦਾ ਅਸੀਮ ਸਾਗਰ ਹੈ, ਜਿਹਦੀ ਸੀਮਾ ਕੋਈ ਨਹੀਂ। ਸਮੁੰਦਰਾਂ ਦੀਆਂ ਸੀਮਾ ਹੈਗੀਆਂ ਨਾ, ਕਿਨਾਰੇ ਹੈਗੇ ਆ, ਉਹਦਾ ਆਰ ਪਾਰ ਕਿਨਾਰਾ ਨਹੀਂ। ਉਹ ਬੇਅੰਤ ਅਤੇ ਸਰਵ ਵਿਆਪਕ ਹੈ। ਪਰਮਾਤਮਾ ਅਜ਼ਰ ਅਮਰ ਹੈ। ਇਸ ਲਈ ਮੈਂ ਵੀ ਜਨਮ ਮਰਨ ਤੋਂ ਰਹਿਤ ਹਾਂ। ਪਰਮਾਤਮਾ ਪ੍ਰਕਾਸ਼ ਸਰੂਪ ਹੈ। ਇਸ ਲਈ ਮੈਂ ਵੀ ਅੰਧਕਾਰ ਤੋਂ ਪਰੇ ਹਾਂ ਅਤੇ ਪਾਪ ਰਹਿਤ ਹਾਂ। ਪਰਮਾਤਮਾ ਗਿਆਨ ਸਰੂਪ ਹੈ। ਇਸ ਲਈ ਮੈਂ ਵੀ ਅਕਰਤਾ ਅਤੇ ਅਸੰਗ ਹਾਂ। ਪਰਮਾਤਮਾ ਆਨੰਦ ਦਾ ਅਸੀਮ ਸਾਗਰ ਹੈ। ਇਸ ਲਈ ਮੈਂ ਖੁਦ ਆਨੰਦ ਦਾ ਸਾਗਰ ਹੀ ਹਾਂ ਆਦਿ।
ਮੇਰੇ ਮੁਰਸ਼ਿਦ ਗੁਰੂ, ਮੈਨੂੰ ਤੁਸੀਂ ਅਜਿਹੀ ਵਿਧੀ ਦੱਸੋ ਜਿਸ ਨਾਲ ਰੰਗ ਲੱਗੇ ਨਾ ਫਟਕੜੀ ਰੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਏ। ਹਾਂਜੀ, ਕਿਵੇਂ? ਹੇਸ਼ੇਸ਼ ਉਹ ਵਿਧੀ ਹੈ ਏਕ ਓਂਕਾਰ ਦਾ ਜਪ ਅਤੇ ਉਹਦੇ ਅਰਥ ਸਰੂਪ ਵਿੱਚ ਈਸ਼ਵਰ ਦਾ ਚਿੰਤਨ ਕਰਨਾ। ਹਾਂਜੀ, ਨਾ ਲੱਗੇ ਫਟਕੜੀ, ਅਤੇ ਜੇ ਫਟਕੜੀ ਕਰਦੇ ਨਾ ਫਿਰ ਪਾ ਚੰਗਾ ਚੜ੍ਹਦਾ। ਹਾਂਜੀ, ਜਿਸ ਵਿੱਚ ਰੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਏ। ਫਿਰ ਇਸ ਕੇ ਉਹਦੇ ਕਹਿੰਦੇ ਤੇਰਾ ਮਤਲਬ ਕੀ ਲੱਗੇਗਾ, ਅਤੇ ਰੰਗ ਤੈਨੂੰ ਚੜ੍ਹ ਜਾਏਗਾ ਭਜਨ ਕਰਨ ਦੇ ਨਾਲ। ਹਾਂਜੀ, ਕੋਈ ਮੁੱਲ ਤਾਂ ਲੱਗਦਾ ਨਹੀਂ। ਹੁਣ ਜੱਗ ਕਰਨਾ ਹੋ, ਰਾਜੇ ਲੋਕ ਇਹ ਕਰ ਸਕਦੇ, ਮਾੜਾ ਕੀ ਕਰੂਗਾ। ਉਪਾਸਨਾ ਪੂਜਾ ਲਈ ਵੀ ਸਮੱਗਰੀ ਚਾਹੀਦੀ ਹੈ, ਤੀਰਥ ਯਾਤਰਾ ਲਈ ਵੀ ਖਰਚਾ ਚਾਹੀਦਾ, ਪੁੰਨਦਾਨ ਲਈ ਵੀ ਮਾਇਆ ਚਾਹੀਦੀ ਹੈ। ਪਰ ਇਹ ਜਿਹੜਾ ਇਹ ਤਾਂ ਮੁਫਤ ਦਾ ਸੌਦਾ ਹੀ ਆ, ਇਹਨੂੰ ਵੀ ਕਰਕੇ ਕੋਈ ਰਾਜੀ ਨਹੀਂ ਹੈ। ਹਾਂਜੀ, ਵੀ ਜਵਾਨ ਜਿਹੜੀ ਹੈ ਉਵੇਂ ਦਿਨ ਰਾਤ ਘੁੰਮੀ ਜਾਂਦੀ ਹੈ। ਇਹ ਨਹੀਂ ਦੇਖਦੇ ਵੀ ਬੱਤੀਆਂ ਦੰਦਾਂ ਵਿੱਚ ਜਿਹਨੂੰ ਕੌਣ ਬਚਾਉਂਦਾ ਹੈ, ਔਰ ਸਾਰਿਆਂ ਨੂੰ ਕੁੰਮ ਲਿਆ ਇਹ। ਹਾਂਜੀ, ਅਤੇ ਸਵਾਦ ਵੀ ਇਹ ਅਨੁਭਵ ਕਰਦੀ ਹੈ, ਦੱਸਦੀ ਹੈ। ਅਤੇ ਜੇ ਇਹਦੇ ਨਾਲ ਨਾਮ ਜਪੀਏ ਉੱਧਰ ਨੂੰ ਨਹੀਂ ਧਿਆਨ, ਪਦਾਰਥਾਂ ਦੇ ਸਵਾਦ ਵੱਲ ਨੂੰ ਦੌੜਦੀ ਹੈ। ਇਹ ਵੀ ਉਹ ਦਿਨ ਹਾਂਜੀ ਉਤਰਦੇ ਵੀ ਪਕੌੜੇ ਬਣੇ, ਪਕੌੜਿਆਂ ਵੱਲ ਮਨ ਜਾਂਦਾ ਸੀ। ਇੱਕ ਵਾਰੀ ਚਲੇ ਗਏ ਯਾਤਰਾ 'ਤੇ, ਸੰਤ ਨਾਲ ਸੀਗੇ ਕੋਕਰੀ ਵਾਲੇ, ਉੱਥੇ ਨਾਸਕ ਕੁੰਭ ਲੱਗਦਾ 12 ਸਾਲਾਂ ਬਾਅਦ। ਉੱਥੇ ਰੋਟੀਆਂ ਵਾਲੇ ਇਕੱਠੇ ਹੋਏ, ਉਹ ਕਹਿੰਦੇ ਵੀ ਅਸੀਂ ਦੇਖਿਆ ਵੀ ਕਰੇਲੇ ਭੁਜਦੇ ਬਾਸ਼ਨਾ ਹੁੰਦੀ ਸੀ। ਉਹ ਕਹਿੰਦੇ ਵੀ ਲੱਜਿਆ ਤਾਂ ਘਰ ਮੈਂ ਵੀ ਬੜਾ ਲੱਜਾ ਨਹੀਂ। ਮੈਂ ਕਿਹਾ ਇੱਥੇ ਤੀਰਥ ਯਾਤਰਾ ਕਰਨੇ ਕਿ ਕਰੇਲੇ ਖਾਣੇ ਹੋ? ਹਾਲੇ ਮਨ ਕਰੇਲਿਆਂ 'ਚ ਭੁੜਕ ਰਿਹਾ। ਗਏ ਕੁੰਭ ਦਾ ਮੇਲਾ ਦੇਖਣ, ਇਹ ਹਾਲ ਆ। ਨੰਬਰ 2, ਕਿਉਂਕਿ ਜੁਦੇ ਜੁਦੇ ਮਹਾਂਪੁਰਖਾਂ ਦੇ ਅਨੁਭਵ ਆ। ਜਿਹੜੀ ਚੰਗੀ ਗੱਲ ਆ ਉਹ ਹਰੇਕ ਤੋਂ ਸੁਣ ਲੈਣੀ, ਲੈ ਲੈਣੀ, ਕੋਈ ਮਾੜੀ ਵੀ ਨਹੀਂ ਹੁੰਦੀ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਪ੍ਰੈਕਟੀਕਲ ਤਜਰਬਾ ਆ। ਹੁਣ ਦੇਖੋ ਗੁਲਾਬ ਦਾ ਫੁੱਲ ਆ, ਕੰਡੇ ਵੀ ਆ। ਜਿਹੜਾ ਮਨਮੁਖ ਉਹਦਾ ਕੰਡਿਆਂ ਵੱਲ ਜਾਊਗਾ, ਸਿਆਣਾ ਜਿਹੜਾ ਫੁੱਲ ਵੱਲ ਜਾਊਗਾ। ਇਸ ਤਰ੍ਹਾਂ ਚੰਗੀ ਗੱਲ ਕਿਤੋਂ ਵੀ ਵੇਲੇ ਲੈ ਲੈਣੀ ਜਾਂ ਗ੍ਰਹਿਣ ਕਰਨੀ ਕੋਈ ਮਾੜੀ ਨਹੀਂ ਹੁੰਦੀ। ਦੁਕਾਨਾਂ 'ਤੇ ਜਾਈਦਾ, ਪਸਾਰੀ ਦੇ ਸੰਖਿਆ ਵੀ ਹੈਗਾ, ਅੰਮ੍ਰਿਤ ਰੂਪੇ ਦਵਾਈਆਂ ਵੀ ਆ। ਜਿਹੜਾ ਦੁਸ਼ਟ ਹੈ ਉਹ ਸੰਖਿਆ ਲਊ ਵੀ ਇਹਨੂੰ ਮਾਰੀਏ, ਉਹਦਾ ਮਾਲ ਮਤਾ ਹੜਪੀ। ਜਿਹੜਾ ਸਿਆਣਾ ਬੰਦਾ ਦੁਆ ਵੀ ਲਊਗਾ ਕਿ ਕਿਸੇ ਦੁਖੀ ਨੂੰ ਰਾਜੀ ਕਰੀਏ। ਸੌਦਾ ਸਾਰੇ ਹੀ ਆ, ਇਹ ਆਪੋ ਆਪਣੀ ਸੋਚ 'ਤੇ ਹੈ। ਇਸ ਤਰ੍ਹਾਂ ਅੱਗੇ ਹਾਂਜੀ ਸਵਾਮੀ ਦਇਆਨੰਦ ਦੇ ਅਨੁਸਾਰ ਧਿਆਨ ਲਗਾਉਣ ਦੀ ਵਿਧੀ। ਦਾਨਾਪੁਰ ਵਿੱਚ ਇੱਕ ਭਗਤ ਨੇ ਸਵਾਮੀ ਜੀ ਤੋਂ ਪੁੱਛਿਆ ਕਿ ਮਹਾਰਾਜ, ਜਦ ਈਸ਼ਵਰ ਦਾ ਨਾਮ ਹੈ ਤਾਂ ਉਸ ਦਾ ਰੂਪ ਵੀ ਹੋਵੇਗਾ, ਉਹਦੇ ਰੂਪ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ? ਸਵਾਮੀ ਜੀ ਬੋਲੇ ਕਿ ਈਸ਼ਵਰ ਸਰਵ ਵਿਆਪਕ ਹੈ ਅਤੇ ਅਰੂਪ ਹੈ। ਉਹਦਾ ਸਾਖਿਆਤ ਜਾਂ ਦਰਸ਼ਨ ਧਿਆਨ ਨਾਲ ਹੁੰਦਾ ਹੈ। ਜਿਵੇਂ ਬਹੁਤ ਸੂਖਮ ਕਣ ਜਰਰੇ ਆਕਾਸ਼ ਵਿੱਚ ਉੱਡਦੇ ਫਿਰਦੇ ਹਨ ਅਤੇ ਦਿਖਾਈ ਨਹੀਂ ਦਿੰਦੇ, ਪਰ ਜਦ ਕਿਸੇ ਕਮਰੇ ਵਿੱਚ ਸੂਰਜ ਦੀਆਂ ਕਿਰਨਾਂ ਝਰੋਖੇ ਵਿੱਚੋਂ ਆ ਰਹੀਆਂ ਹੋਣ ਤਾਂ ਉਹ ਕਣ ਜਰਰੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਈਸ਼ਵਰ ਵੀ ਹਰ ਸਥਾਨ ਵਿੱਚ ਮੌਜੂਦ ਹੈ, ਪਰ ਉਹ ਧਿਆਨ ਦੁਆਰਾ ਹੀ ਦੇਖਿਆ ਜਾ ਸਕਦਾ ਹੈ। ਉਦੈਪੁਰ ਵਿੱਚ ਇੱਕ ਦਿਨ ਮਹਾਰਾਣਾ ਸੱਜਣ ਸਿੰਘ ਨੇ, ਜੋ ਪ੍ਰਤੀ ਦਿਨ ਸਵਾਮੀ ਜੀ ਦੇ ਦਰਸ਼ਨ ਕਰਨੇ ਆਇਆ ਕਰਦੇ ਸੀ, ਸਵਾਮੀ ਜੀ ਤੋਂ ਪੁੱਛਿਆ ਕਿ ਜੇਕਰ ਮੂਰਤੀਮਨ ਪਦਾਰਥ ਦਾ ਧਿਆਨ ਨਹੀਂ ਕਰਨਾ ਚਾਹੀਦਾ ਤਾਂ ਧਿਆਨ ਕਿਸ ਦਾ ਕਰੀਏ? ਮੂਰਤ ਦਾ ਧਿਆਨ ਕਿਵੇਂ ਹੋਵੇ? ਸਵਾਮੀ ਜੀ ਬੋਲੇ ਕਿ ਕਿਸੇ ਮੂਰਤੀਮਾਨ ਪਦਾਰਥ ਦਾ ਧਿਆਨ ਨਹੀਂ ਕਰਨਾ ਚਾਹੀਦਾ। ਈਸ਼ਵਰ ਦੇ ਗੁਣਾਂ ਦਾ ਚਿੰਤਨ ਹੀ ਅਮੂਰਤ ਦਾ ਜਾਂ ਨਿਰਾਕਾਰ ਦਾ ਧਿਆਨ ਹੈ। ਬੰਬਈ ਵਿੱਚ ਇੱਕ ਮਨੁੱਖ ਨੇ ਸਵਾਮੀ ਜੀ ਤੋਂ ਪੁੱਛਿਆ ਕਿ ਕੀ ਮਨ ਨੂੰ ਸਥਿਰ ਕਰਨ ਲਈ ਕਿਸੇ ਵਸਤੂ ਦਾ ਧਿਆਨ ਕਰਨ ਦੀ ਲੋੜ ਹੈ? ਸਵਾਮੀ ਜੀ ਬੋਲੇ ਨਹੀਂ, ਪਰ ਜੇਕਰ ਤੁਹਾਡੇ ਤੋਂ ਇਹ ਨਹੀਂ ਹੋ ਸਕਦਾ ਤਾਂ ਆਪਣੇ ਅੰਦਰ ਤਿਲ ਜਾਂ ਸੂਈ ਦੀ ਨੋਕ ਦੇ ਬਰਾਬਰ ਕਿਸੇ ਵਸਤੂ ਦੀ ਕਲਪਨਾ ਕਰ ਲਵੋ ਅਤੇ ਉਸ ਵਿੱਚ ਧਿਆਨ ਲਗਾਓ। ਫਿਰ ਇਸ ਦੇ
ਟੁਕੜੇ ਟੁਕੜੇ ਕਰਕੇ ਇੱਕ ਟੁਕੜੇ 'ਤੇ ਧਿਆਨ ਲਗਾਓ। ਇਸ ਤਰ੍ਹਾਂ ਟੁਕੜੇ ਕਰਦੇ ਤੁਰੇ ਜਾਓ ਅਤੇ ਜਦੋਂ ਤੱਕ ਅੰਤ ਵਿੱਚ ਸੂਖਮ ਟੁਕੜਾ ਰਹਿ ਜਾਏ ਫਿਰ ਉਸ ਨੂੰ ਵੀ ਉਡਾ ਦਿਓ। ਉਸ ਸਮੇਂ ਤੁਹਾਡੀ ਧਾਰਨਾ ਹੋਵੇਗੀ। ਅਤੇ ਯੋਗ ਸ਼ਾਸਤਰ ਵਿੱਚ ਵੀ ਲਿਖਿਆ ਹੈ ਕਿ ਜਦੋਂ ਇੱਕ ਹੀ ਵਸਤੂ 'ਤੇ ਧਾਰਨਾ, ਧਿਆਨ ਅਤੇ ਸਮਾਧੀ ਕੀਤੀ ਜਾਵੇ ਤਾਂ ਉਸ ਨੂੰ ਸੰਜਮ ਕਹਿੰਦੇ ਹਨ। ਪਰ ਉਸ ਵਸਤੂ ਦੇ ਸਥੂਲ ਸਰੂਪ ਵਿੱਚ ਸੰਜਮ ਕੀਤਾ ਜਾਵੇ, ਫਿਰ ਉਹਦੇ ਸੂਖਮ ਸਰੂਪ 'ਤੇ, ਫਿਰ ਸੂਖਮਤਰ ਅਤੇ ਫਿਰ ਸੂਖਮਤਮ ਰੂਪ 'ਤੇ ਸੰਜਮ ਦੀ ਸਾਧਨਾ ਕੀਤੀ ਜਾਂਦੀ ਹੈ। ਨੰਬਰ 3, ਸ਼ੁਰੂ ਵਿੱਚ ਧਿਆਨ ਲਗਾਉਣ ਦੀ ਸਭ ਤੋਂ ਆਸਾਨ ਵਿਧੀ ਇੱਕ ਮਹਾਤਮਾ ਦੀ ਜਵਾਨੀ। ਮੁਰਦਾ ਬਣ ਕੇ ਬੈਠ ਜਾਓ, ਹਿੱਲੇ ਜੁਲੇ ਨਾ, ਅੱਖ ਬੰਦ, ਜ਼ੁਬਾਨ ਬੰਦ, ਕੰਨ ਬੰਦ, ਕੇਵਲ ਮਨ ਨਾਲ ਇੱਕ ਓਂਕਾਰ ਦਾ ਜਾਪ ਕਰਦੇ ਜਾਓ। ਮਨ ਜਿੱਥੇ ਜਾਂਦਾ ਹੈ ਜਾਣ ਦਿਓ। ਮਨ ਜਾਪ ਦੀ ਸ਼ਮਾ ਦੀਪਕ 'ਤੇ ਵਿਚਾਰ ਆ ਕੇ ਬਲਦੇ ਜਾਣਗੇ। ਅੰਤ ਵਿੱਚ ਵਿਚਾਰ ਉੱਠਣੇ ਬੰਦ ਹੋ ਜਾਣਗੇ ਅਤੇ ਮਨ ਆਪਣੇ ਆਪ ਟਿਕ ਜਾਏਗਾ। ਪਹਿਲੇ ਤ੍ਰਿਕੁਟੀ ਜਾਂ ਓਮ ਦੇ ਅਰਥਾਂ ਦਾ ਧਿਆਨ ਲਗਾਉਣ ਦੀ ਜ਼ਰੂਰਤ ਨਹੀਂ ਹੈ। ਕੇਵਲ ਮਨ ਨਾਲ ਇੱਕ ਓਂਕਾਰ ਦਾ ਜਾਪ ਕਰਦੇ ਜਾਓ। ਸਵਾਮੀ ਵਿਵੇਕਾਨੰਦ ਜੀ ਆਪਣੀ ਪੁਸਤਕ ਰਾਜ ਯੋਗ ਵਿੱਚ ਲਿਖਦੇ ਹਨ ਕਿ ਮਨ ਦੇ ਵਿਘਨਕਾਰੀ ਵਿਚਾਰਾਂ ਨੂੰ ਜ਼ਬਰਦਸਤੀ ਰੋਕਣ ਦਾ ਯਤਨ ਨਾ ਕਰੋ। ਧਿਆਨ ਲਗਾਉਂਦੇ ਸਮੇਂ ਅੱਖ ਜਾਂ ਦਿਮਾਗ 'ਤੇ ਬੋਝ ਨਾ ਪਵੇ। ਵਿਚਾਰਾਂ ਦੇ ਪ੍ਰਵਾਹ ਨੂੰ ਆਰਾਮ ਨਾਲ ਬਹਿਣ ਦਿਓ। ਇਹਨਾਂ ਦੇ ਨਾਲ ਕੁਸ਼ਤੀ ਨਾ ਕਰੋ। ਸਿਰਫ ਇਸ ਗੱਲ ਦਾ ਧਿਆਨ ਰੱਖੋ ਕਿ ਮਨ ਕਿਸ ਪਾਸੇ ਜਾਂਦਾ ਹੈ। ਮਨ ਨੂੰ ਇੱਧਰ ਦੌੜਨ ਦੀ ਆਗਿਆ ਤਾਂ ਨਾ ਦਿਓ, ਪਰ ਉਸ ਨੂੰ ਜ਼ਬਰਦਸਤੀ ਰੋਕੋ ਵੀ ਨਾ। ਤੁਸੀਂ ਦੇਖੋਗੇ ਥੋੜ੍ਹੀ ਦੇਰ ਬਾਅਦ ਇਹ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਅਤੇ ਇਸੇ ਤਰ੍ਹਾਂ ਦਾ ਅਭਿਆਸ ਕਰਦੇ ਕਰਦੇ ਇਹ ਹੌਲੀ ਹੌਲੀ ਸਥਿਰ ਹੋ ਜਾਵੇਗਾ, ਟਿਕ ਜਾਵੇਗਾ। ਹੁਣ ਜਿਵੇਂ ਉਹ ਅਲਕ ਬਹਿੜਾ ਹੁੰਦਾ ਨਾ, ਕਿੱਲੇ ਨਾਲ ਬੰਨਿਆ ਹੋਵੇ, ਪਹਿਲਾਂ ਤਾਂ ਬੜਾ ਭੱਜਦਾ ਦੌੜਦਾ। ਜੇ ਕਿੱਲਾ ਤਗੜਾ ਹੋਵੇ ਨਾ ਫਿਰ ਥੱਕ ਟੁੱਟ ਕੇ ਆਪੇ ਬਹਿ ਜਾਂਦਾ। ਇਸ ਤਰ੍ਹਾਂ ਲੱਗੇ ਰਹੀਏ, ਮਨ ਵੀ ਥੱਕ ਕੇ ਫਿਰ ਟਿਕ ਜਾਂਦਾ। ਕਿੰਨਾ ਕੁ ਭੱਜੂਗਾ, ਕਿੰਨੇ ਕੁ ਸੰਕਲਪ ਕਰੂਗਾ, ਕਿੰਨਾ ਕੁ ਖਾਊਗਾ, ਕਿੰਨਾ ਕੁ ਪਹਿਨੂਗਾ, ਕਿੰਨਾ ਕੁ ਪੀਊਗਾ, ਕਿੰਨਾ ਕੁ ਬੋਲੂਗਾ, ਬੋਲਣ ਤੋਂ ਵੀ ਥੱਕ ਜਾਊਗਾ। ਕੰਮ ਵੀ ਕਿੰਨਾ ਕਰੂਗਾ, ਉਹ ਵੀ ਥੱਕਿਆ ਫਿਰ ਆਰਾਮ ਚਾਹੁੰਦਾ। ਇਸ ਤਰ੍ਹਾਂ ਮਨ ਜਿਹੜਾ ਆ ਇਹ ਵੀ ਜਿਲੇ ਜਾਪ ਕਰਦੇ ਜਾਵਾਂਗੇ ਇਹ ਵੀ ਫਿਰ ਥੱਕ ਜਾਊਗਾ, ਟਿਕ ਜਾਊਗਾ। ਫਿਰ ਚੌਥਾ, ਹੁਣ ਇਹ ਜੁਦੀਆਂ ਵਿਧੀਆਂ ਮਹਾਂਪੁਰਖਾਂ ਦੇ ਜਿਹੜੇ ਪ੍ਰੈਕਟੀਕਲ ਉਹ ਦੱਸੇ ਜਾ ਰਿਹਾ। ਉਪਨਿਸ਼ਦਾਂ ਦੇ ਅਨੁਸਾਰ ਧਿਆਨ ਲਗਾਉਣ ਦੀ ਵਿਧੀ। ਓਂਕਾਰ, ਚੰਦ, ਆਕਾਸ਼, ਸਮੁੰਦਰ ਆਦਿ ਦੀ ਬ੍ਰਹਮਾ ਦੇ ਰੂਪ ਵਿੱਚ ਉਪਾਸਨਾ ਕੀਤੀ ਜਾ ਸਕਦੀ। ਫਿਰ ਜੋ ਵੀ ਪ੍ਰਕਿਰਤੀ ਦੀ ਚੀਜ਼ ਆ ਉਹਨੂੰ ਪਰਮਾਤਮਾ ਦਾ ਰੂਪ ਜਾਣ ਕੇ ਉਪਾਸਨਾ ਕਰਨੀ, ਇਸ ਨੂੰ ਪ੍ਰਤੀਕ ਉਪਾਸਨਾ ਕਹਿੰਦੇ ਹਨ। ਸਜਾਤੀ ਬਿਰਤੀ ਵਿਚਾਰ ਦਾ ਲਗਾਤਾਰ ਪ੍ਰਵਾਹ ਹੀ ਧਿਆਨ ਹੈ। ਆਕਾਸ਼, ਸਮੁੰਦਰ ਆਦਿ ਦਾ ਧਿਆਨ ਕਰਨਾ ਹੀ ਨਿਰਗੁਣ ਉਪਾਸਨਾ ਹੈ। ਸੂਰਜ ਜਾਂ ਚੰਦ ਦੇ ਪ੍ਰਕਾਸ਼ ਦਾ ਧਿਆਨ ਧਰੇ ਜਾਂ ਸਮੁੰਦਰ ਦਾ ਧਿਆਨ ਧਰੇ ਕਿ ਉਹ ਕਿੰਨਾ ਵਿਸ਼ਾਲ ਅਤੇ ਅਨੰਤ ਹੈ। ਸਮੁੰਦਰ ਦੀ ਤੁਲਨਾ ਅਨੰਤ ਬ੍ਰਹਮ ਨਾਲ ਕਰੋ ਕਿ ਜਿਸ ਪਰਮੇਸ਼ਰ ਨੇ ਇਹ ਚੀਜ਼ਾਂ ਬਣਾਈਆਂ ਇਹ ਇੰਨੀਆਂ ਵਿਆਪਕ ਆ ਅਤੇ ਉਹ ਕਿੰਨਾ ਕੁ ਵਿਆਪਕ ਹੋ। ਹੁਣ ਆਕਾਸ਼ ਦਾ ਕੋਈ ਅੰਤ ਥੋੜ੍ਹੀ ਹੁੰਦਾ। ਹੁਣ ਇਹ ਸਰਜ ਲਾਈਟ ਛੱਡੀ ਆ, ਉਹ ਅਰਬਾਂ ਖਰਬਾਂ ਮੀਲ ਚਲੇ ਗਈ ਆ, ਹਾਲੇ ਆਕਾਸ਼ ਦਾ ਅੰਤ ਨਹੀਂ ਆਇਆ। ਕੈਮਰੇ ਵੀ ਨਾਲ ਆ, ਰਸਤੇ ਕੋਈ ਚੀਜ਼ ਫੋਟੋ ਭੇਜੀ ਜਾਂਦੇ ਆ, ਹਾਲੇ ਤੁਰੀ ਜਾ ਰਹੀ ਹੈ। ਹਾਂਜੀ, ਹੁਣ ਉਹ ਸਾਇੰਸਦਾਨ ਵੀ ਕਹਿੰਦੇ ਵੀ ਪਤਾ ਹੀ ਨਹੀਂ ਕਿੱਥੇ, ਮੁੱਕਦਾ ਹੀ ਨਹੀਂ ਹੈ। ਜਿਸ ਆਕਾਸ਼ ਦਾ ਅੰਤ ਨਹੀਂ, ਜਿਹਨੇ ਇਹੋ ਜਿਹਾ ਆਕਾਸ਼ ਕਿੰਨੇ ਬਣਾਇਆ, ਉਹਦਾ ਅੰਤ ਕਿਵੇਂ ਆ ਜਾਊਗਾ। ਵੀ ਇਹ ਧਿਆਨ ਕਰਨਾ ਵੀ ਜਿਹਦੀਆਂ ਚੀਜ਼ਾਂ ਦਾ ਅੰਤ ਨਹੀਂ ਉਹ ਕਿੰਨਾ ਅਨੰਤ ਆ, ਉਹਨੂੰ ਵਿਆਪਕ। ਮੰਤਰੰ ਰਾਮ ਰਾਮ ਨਾਮ ਧਿਆਨ ਸਰਵਤਰ ਪੂਰਨ ਬਾਣੀ ਦੱਸਦੀ ਹੈ। ਸਮੁੰਦਰ ਦੀ ਤੁਲਨਾ ਅਨੰਤ ਬ੍ਰਹਮ ਨਾਲ ਕਰੋ। ਇਸੇ ਤਰ੍ਹਾਂ ਹਵਾ ਅਤੇ ਆਕਾਸ਼ ਦੇ ਧਿਆਨ ਨਾਲ ਵੀ ਅਨੰਤ ਬ੍ਰਹਮ ਦਾ ਧਿਆਨ ਹੋ ਜਾ ਸਕਦਾ ਹੈ। ਇਸ ਨਾਲ ਮਨ ਸੀਮਤ ਚੀਜ਼ਾਂ ਦਾ ਧਿਆਨ ਛੱਡ ਦਿੰਦਾ ਹੈ ਅਤੇ ਉਸ ਨੂੰ ਅਸੀਮ ਚੀਜ਼ਾਂ ਦੇ
ਚਿੰਤਨ ਦੀ ਆਦਤ ਪੈ ਜਾਂਦੀ ਹੈ। ਈਸ਼ਵਰ ਦਾ ਕੋਈ ਰੰਗ ਰੂਪ ਨਹੀਂ ਹੈ, ਇਸ ਲਈ ਏਕ ਓਂਕਾਰ ਦੇ ਰੂਪ ਵਿੱਚ ਉਸ ਨੂੰ ਤ੍ਰਿਕੁਟੀ ਵਿੱਚ ਦੇਖਣ ਦਾ ਯਤਨ ਕਰੋ। ਹੁਣ ਅੱਗੇ ਹੋਰ ਮਹਾਂਪੁਰਖਾਂ ਦੀਆਂ ਵਿਧੀਆਂ ਦੱਸਦੇ। ਪੰਜਵਾਂ, ਸਵਾਮੀ ਰਾਮਾਨੁਜ ਦੇ ਧਿਆਨ ਲਗਾਉਣ ਦੀ ਵਿਧੀ। ਤ੍ਰਿਕੁਟੀ ਵਿੱਚ ਧਿਆਨ ਟਿਕਾਓ, ਉੱਥੇ ਰਾਮ ਦੇਖੋ ਅਤੇ ਸਵਾਸ ਨਾਲ ਮਨ ਵਿੱਚ ਆਰਾਮ ਦਾ ਉਚਾਰਨ ਕਰੋ। ਭਾਵ ਤ੍ਰਿਕੁਟੀ ਵਿੱਚ ਰਾਮ ਨਾਮ ਸ਼ਬਦ ਦਾ ਧਿਆਨ ਲਗਾਓ ਅਤੇ ਇਸ ਨਾਮ ਦਾ ਸਵਾਸ ਸਿਮਰਨ ਕਰੇ। ਨੰਬਰ 6, ਆਨੰਦ ਸਵਾਮੀ ਜੀ ਦੇ ਧਿਆਨ ਲਗਾਉਣ ਦੀ ਵਿਧੀ। ਤ੍ਰਿਕੁਟੀ ਵਿੱਚ ਜੋਤੀ ਜਾਂ ਓਮ ਦੇ ਸ਼ਬਦ ਦਾ ਧਿਆਨ ਕਰੋ। ਹਾਂਜੀ, ਇੱਥੇ ਓਮ ਸ਼ਬਦ ਦਾ ਧਿਆਨ ਲਗਾਉਣ ਨਾਲ ਹੌਲੀ ਹੌਲੀ ਇਸ ਜੋਤੀ ਦਾ ਰੂਪ ਧਾਰਨ ਕਰ ਲਵੇਗਾ। ਜਦੋਂ ਇਹ ਜੋਤੀ ਜਾਗ ਉੱਠੇ ਤਾਂ ਬਹੁਤ ਆਨੰਦ ਆਉਂਦਾ ਹੈ ਅਤੇ ਦਿਲ ਚਾਹੁੰਦਾ ਹੈ ਕਿ ਇਸ ਆਨੰਦ ਵਿੱਚ ਹੀ ਡੁੱਬਿਆ ਰਹੇ। ਅਜਿਹਾ ਕਰਨ ਨਾਲ ਆਤਮਕ ਆਨੰਦ ਆਉਣ ਲੱਗੇਗਾ। ਜਦ ਬੱਚੇ ਨੂੰ ਮਿੱਟੀ ਦੀ ਥਾਂ 'ਤੇ ਮਿਸਰੀ ਦੀ ਡਲੀ ਮਿਲ ਜਾਵੇ ਤਾਂ ਉਹ ਮਿੱਟੀ ਕਦੀ ਨਹੀਂ ਖਾਵੇਗਾ। ਮਿੱਟੀ ਖਾਂਦਾ ਨਾ, ਜਦੋਂ ਉਹਨੂੰ ਮਿਸਰੀ ਦੇ ਦਈਏ ਫਿਰ ਮਿੱਟੀ ਥੋੜ੍ਹੀ ਖਾਊਗਾ। ਜਦੋਂ ਆਤਮਾ ਦਾ ਆਨੰਦ ਮਿਲਿਆ ਫਿਰ ਉਹ ਵਿਸ਼ੇ ਦੇ ਆਨੰਦ ਵੱਲ ਕਿਉਂ ਦੌੜੂਗਾ। ਕਰਕੇ ਦੇਖੋ। ਹਾਥ ਕੰਗਣ ਕੇ ਆਰਸੀ, ਕਿਆ ਭਾਵ ਹੱਥ ਵਿੱਚ ਪਹਿਨੇ ਹੋਏ ਕੰਗਣ ਨੂੰ ਦੇਖਣ ਦੇ ਲਈ ਸ਼ੀਸ਼ੇ ਦੀ ਜ਼ਰੂਰਤ ਨਹੀਂ ਹੈ। ਹੁਣ ਹੱਥ 'ਚ ਕੜਾ ਪਾਇਆ, ਫਿਰ ਸ਼ੀਸ਼ੇ ਦੇ ਦੇਖਣ ਦੀ ਥੋੜ੍ਹੀ ਲੋੜ ਹੈ। ਉਹ ਦੀਦਾ ਨਹੀਂ ਮੇਰੇ ਹੱਥ 'ਚ ਪਾਇਆ। ਨੰਬਰ 7ਵਾਂ, ਸ਼ੁਰਤ ਸ਼ਬਦ ਦੇ ਮੇਲ ਦੀ ਵਿਧੀ। ਇਸ ਵਿਧੀ ਦਾ ਵਰਣਨ ਇਸ ਇਤਿਹਾਸ ਦੇ ਆਰੰਭ ਵਿੱਚ ਪੁਰਾਣ ਦਾ ਜਪ ਵਿੱਚ ਹੋ ਚੁੱਕਾ। ਜਿਹੜਾ ਸਵਾਸ ਕਰਨਾ ਉਹ ਅੱਗੇ ਦੱਸਿਆ ਗਿਆ ਹੈ। 8ਵਾਂ, ਜੋਗੀ ਰਾਜ ਸਵਾਮੀ ਸ਼ਿਵਾਨੰਦ ਸਰਸਵਤੀ ਰਿਸ਼ੀਕੇਸ਼ ਜੀ ਦੇ ਧਿਆਨ ਲਗਾਉਣ ਦੀ ਵਿਧੀ। ਕਲਪਨਾ ਕਰੋ ਕਿ ਤੁਹਾਡੀ ਛਾਤੀ ਇੱਕ ਲੈਂਪ ਹੈ। ਇਸ ਲੈਂਪ ਦੇ ਕੇਂਦਰ ਵਿੱਚ ਹਿਰਦੇ ਦੇ ਸਥਾਨ 'ਤੇ ਇੱਕ ਲਾਟ ਜਗ ਰਹੀ ਹੈ। ਇਹੀ ਲਾਟ ਈਸ਼ਵਰ ਦੀ ਜੋਤ ਹੈ। ਅੱਖਾਂ ਬੰਦ ਕਰ ਲਓ ਅਤੇ ਇਸ ਈਸ਼ਵਰੀ ਜੋਤ ਦਾ ਧਿਆਨ ਕਰਦੇ ਹੋਏ ਇਸ ਦੇ ਅੰਦਰ ਲੀਨ ਹੋ ਜਾਓ। ਆਪਣੇ ਦਿਲ ਵਿੱਚ ਗਹਿਰੇ ਉਤਰ ਜਾਓ ਅਤੇ ਜੋਤ ਦਾ ਧਿਆਨ ਕਰਦੇ ਕਰਦੇ ਇਸ ਦੇ ਨਾਲ ਇੱਕ ਹੋ ਜਾਓ। ਹੁਣ ਜਿਵੇਂ ਜੋਤ ਜਗਾਉਂਦੇ ਆ ਘਿਓ ਦੀ, ਕਈ ਫਿਰ ਸਾਹਮਣੇ ਦੇਖੀ ਜਾਂਦੇ ਆ। ਉਹ ਜੋਤ ਜਿਹੜੀ ਹੈ ਅੰਦਰਲੀ ਜੋਤ ਦਾ ਪ੍ਰਤੀਕ ਹੈ। ਧਿਆਨ ਕਰਦਿਆਂ ਫਿਰ ਬਿਰਤੀ ਬਾਹਰ ਤੋਂ ਅੰਤਰਮੁਖ ਹੋ ਜਾਂਦੀ। ਕਈ ਮੋਹਰੇ ਏਕ ਓਂਕਾਰ ਸ਼ਬਦ ਲਿਖ ਕੇ ਰੱਖ ਲੈਂਦੇ, ਉਹਦਾ ਧਿਆਨ ਕਰਦੇ ਫਿਰ ਅੰਦਰ ਏਕ ਓਂਕਾਰ ਦਾ ਸਰੂਪ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ। ਇਹ ਜਿਹੜਾ ਮੈਥਡ ਕਿਸੇ ਨੂੰ ਫਿੱਟ ਆਉਂਦਾ ਉਹ ਕਰ ਲੈਂਦਾ। ਅਤੇ ਮਹਾਂਪੁਰਖਾਂ ਨੇ ਜੁਦੀਆਂ ਵਿਧੀਆਂ ਜਿਹੜੀਆਂ ਦਸੀਆਂ, ਜਿਵੇਂ ਕਿਸੇ ਨੂੰ ਆਪਣਾ ਤਜਰਬਾ ਪ੍ਰੈਕਟੀਕਲ ਹੋਇਆ ਹੈ। 9ਵਾਂ, ਅਭੇਦ ਭਾਵ ਨਾਲ ਨਿਰਗੁਣ ਦਾ ਧਿਆਨ ਜਾਂ ਆਤਮਾ ਦੀ ਪੂਜਾ, ਅਹੰਗਰੇ ਧਿਆਨ। ਇਹ ਸਭ ਨੂੰ ਵਧੀਆ ਅਤੇ ਸਰਬੋਤਮ ਹੈ। ਇੱਕ ਪ੍ਰਤੀਕ ਭਾਸ਼ਣ ਹੁੰਦੀ ਕਿਸੇ ਇੱਕ ਚੀਜ਼ ਵਿੱਚ ਮਨ ਨੂੰ ਇਕਾਗਰ ਕਰਨ ਲਈ ਧਿਆਨ ਕਰਨਾ। ਅਹੰਗਰੇ ਹੈ ਕਿ ਉਹ ਪਰਮਾਤਮਾ ਨੂੰ ਵਿਆਪਕ ਰੂਪ ਜਾਣ ਕੇ ਕਰਨਾ। ਇਹਦੀ ਵਿਧੀ ਦੱਸਦੇ ਆ। ਸਾਧਕ ਆਮ ਤੌਰ 'ਤੇ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਅਭੇਦ ਰੂਪ ਨਾਲ, ਭਾਵ ਇਹ ਕੀ ਭਾਵ ਨਾਲ ਪਰਮਾਤਮਾ ਦੀ ਉਪਾਸਨਾ ਕਰਨ ਵਾਲੇ, ਅਤੇ ਦੂਸਰੇ ਸਵਾਮੀ ਸੇਵਕ ਭਾਵ ਨਾਲ ਭਗਤੀ ਕਰਨ ਵਾਲੇ। ਇੱਕ ਤਾਂ ਉਵੇਂ ਪਰਮਾਤਮਾ ਆਪਣੀ ਆਤਮਾ ਵਿੱਚ ਅਭੇਦ ਕਰਕੇ ਕਰਦੇ। ਇੱਕ ਹੁੰਦੇ ਜਿਵੇਂ ਗੁਰੂ ਦੇ ਦਾਸ ਬਣ ਕੇ ਸੇਵਾ ਕਰਦਿਆਂ ਕਰਨਾ, ਭਗਤੀ ਭਾਵ ਕਰਨ ਵਾਲੇ। ਇਸ ਵਿੱਚ ਭੇਦ ਰੂਪ ਵਿੱਚ ਉਪਾਸਨਾ ਕਰਨ ਵਾਲੇ ਦੇ ਲਈ ਤਾਂ ਕੇਵਲ ਇੱਕ ਨਿਰਾਕਾਰ ਸ਼ੁੱਧ ਸੱਚ ਦਾ ਆਨੰਦ ਘਨ ਪੂਰਨ ਬ੍ਰਹਮ ਪਰਮਾਤਮਾ ਦੇ ਸਰੂਪ ਵਿੱਚ ਲਗਾਤਾਰ ਅਭੇਦ ਭਾਵ ਨਾਲ ਸਥਿਤ ਰਹਿਣਾ ਹੀ ਧਿਆਨ ਦਾ ਸਭ ਤੋਂ ਉੱਤਮ ਸਾਧਨ ਹੈ। ਨਿਰਗੁਣ ਉਪਾਸਕ ਕੇ ਕਲਪਨਾ ਕਰੇ ਕਿ ਸਭ ਚੀਜ਼ਾਂ ਦੀ ਤਹਿ ਵਿੱਚ ਇੱਕ ਪਰਮ ਅਨੰਤ ਜੋਤੀ ਲੁਕੀ ਹੋਈ ਹੈ ਅਤੇ ਇਸ ਦਾ ਪ੍ਰਕਾਸ਼ ਜੇਕਰ ਕਰੋੜਾਂ ਸੂਰਜ ਵੀ ਚਮਕ ਉੱਠਣ ਇਸ ਤੋਂ ਵੀ ਵੱਧ ਹੈ। ਸਾਧਕ ਇਸ ਵਿੱਚ ਜੋਤੀ ਦਾ ਧਿਆਨ ਲਗਾਏ। ਨਿਰਾਕਾਰ ਦਾ ਧਿਆਨ ਤਾਂ ਅਭੇਦ ਰੂਪ ਨਾਲ ਹੀ ਕਰੇ, ਭੇਦ ਰੂਪ ਨਾਲ ਨਹੀਂ। ਭਾਵੇਂ ਕਲਪਨਾ ਕਰੇ ਆਤਮਾ ਹੀ ਪਰਮਾਤਮਾ ਹੈ। ਹੁਣ ਗੁਰੂ ਘਰਾਂ ਜਾਂ ਧਰਮ ਸਥਾਨਾਂ 'ਤੇ ਕੋਈ ਸਰੋਂ ਦਾ ਦੀਵਾ ਬਾਲ ਲੈਂਦਾ, ਅਸਾਈ ਮੋਮਬੱਤੀ ਬਾਲ ਲੈਂਦੇ ਆਪਣੇ ਘਿਓ ਦਾ। ਉਹਦਾ ਮਤਲਬ ਇਹ ਆ ਕਿ ਇਹ ਧਰਮ ਕੇਂਦਰ ਜਿਹੜਾ ਆ ਇਹ ਪਰਮਾਤਮਾ ਦੇ ਪ੍ਰਕਾਸ਼ ਦਾ ਪ੍ਰਤੀਕ ਆ, ਤਾਂ ਜਗਾਈਆਂ ਜਾਂਦੀਆਂ ਚੀਜ਼ਾਂ। ਹੁਣ ਪ੍ਰਕਾਸ਼ ਤੋਂ ਬਿਨਾਂ ਬੰਦਾ ਹਨੇਰੇ 'ਚ ਹੀ ਆ।
ਸੂਰਜ ਚੰਦ ਨਾ ਹੋਣ, ਤਾਰੇ, ਬਿਜਲੀ, ਕਿੰਨੀ ਮੁਸ਼ਕਲ ਆਉਂਦੀ। ਇਸੇ ਤਰ੍ਹਾਂ ਭਾਵੇਂ ਇਹ ਪਰਤੇ ਪ੍ਰਕਾਸ਼ ਹੈ, ਪਰ ਜਿਹੜਾ ਪਰਮਾਤਮਾ ਇਹਨਾਂ ਨੂੰ ਪ੍ਰਕਾਸ਼ ਦੇਣ ਵਾਲਾ ਉਹ ਮਹਾਨ ਪ੍ਰਕਾਸ਼ ਆਪਣੇ ਆਪ ਤੋਂ ਹੈ, ਇਹ ਦੂਜੇ ਦੇ ਆਸਰੇ। ਪਰ ਇਹ ਚੀਜ਼ਾਂ ਜਿਹੜੀਆਂ ਉਸ ਚੀਜ਼ ਨੂੰ ਜਣਾਉਣੀਆਂ ਕਿ ਪਰਮਾਤਮਾ ਪ੍ਰਕਾਸ਼ ਰੂਪ ਹੈ। ਇਸ ਕਰਕੇ ਧਰਮ ਕੇਂਦਰਾਂ ਵਿੱਚ ਇਹ ਹੈ, ਸਭ ਥਾਂ 'ਤੇ ਹੀ ਬ੍ਰਹਮ ਬ੍ਰਹਮ ਹੈ। ਇਸ ਕਰਕੇ ਕਹਿੰਦੇ ਅਤੇ ਇਸ ਦਾ ਪ੍ਰਕਾਸ਼ ਜੇਕਰ ਕਰੋੜਾਂ ਸੂਰਜ ਚਮਕ ਉੱਠਣ, ਹਾਂਜੀ, ਉਹ ਵੀ ਬਰਾਬਰ ਹੀ ਨਹੀਂ। ਇਹ ਪ੍ਰਕਾਸ਼ ਇੰਨਾ ਇਸ ਤੋਂ ਹੀ ਵੱਧ ਹੈ। ਸਾਧਕੇ ਜੋਤੀ ਦਾ ਧਿਆਨ ਲਗਾਏ। ਨਿਰਾਕਾਰ ਦਾ ਧਿਆਨ ਤਾਂ ਭੇਦ ਰੂਪ ਨਾਲ ਹੀ ਕਰੇ, ਭੇਦ ਰੂਪ ਨਾਲ ਨਹੀਂ। ਭਾਵੇਂ ਕਲਪਨਾ ਕਰੇ ਕਿ ਆਤਮਾ ਹੀ ਪਰਮਾਤਮਾ ਹੈ, ਸਭ ਥਾਂ 'ਤੇ ਬ੍ਰਹਮ ਹੀ ਬ੍ਰਹਮ ਹੈ। ਉਹ ਬ੍ਰਹਮ ਮੇਰੀ ਆਤਮਾ ਹੈ। ਭਾਵ ਜੀਵ ਅਤੇ ਆਪ ਨੂੰ ਪਰਮਾਤਮਾ ਤੋਂ ਅਲੱਗ ਖਿਆਲ ਨਾ ਕਰੇ। ਇਹੀ ਆਤਮਾ ਦੀ ਪੂਜਾ ਦੀ ਵਿਧੀ ਹੈ ਕਿ ਸਾਧਕ ਇਹ ਭਾਵਨਾ ਕਰੇ ਕਿ ਅਸੀਮ ਗਿਆਨ ਦਾ ਸਮੁੰਦਰ ਮੇਰੀ ਹੀ ਆਤਮਾ ਹੈ ਅਤੇ ਹਰ ਸੂਰਤ ਵਿੱਚ ਮੇਰੇ ਗਿਆਨ ਦੇ ਸਾਗਰ ਵਿੱਚ ਲਹਿਰ ਦੀ ਤਰ੍ਹਾਂ ਉੱਠਦੀ ਹੈ। ਮੈਂ ਸਰਵ-ਵਿਆਪਕ ਸਤਿਚਿਤ ਆਨੰਦ, ਹਾਂਜੀ, ਸਰੂਪ ਆਤਮਾ ਰੂਪ ਹਾਂ। ਇਹ ਇੱਕ ਹੀ ਭਾਵਨਾ ਵੇਦਾਂਤ ਦੇ ਨਿਰਗੁਣ ਨਿਰਾਕਾਰ ਧਿਆਨ ਦੇ ਲਈ ਕਾਫੀ ਹੈ। ਸਤ ਦਾ ਅਰਥ ਹੈ ਸਦਾ ਰਹਿਣ ਵਾਲਾ, ਚਿੱਤ ਦਾ ਅਰਥ ਹੈ ਗਿਆਨ ਸਰੂਪ, ਆਨੰਦ ਦਾ ਅਰਥ ਹੈ ਆਨੰਦ ਰੂਪ, ਆਨੰਦ ਸਰੂਪ। ਜੇਕਰ ਇਸ ਵਿਚਾਰ ਜਾਂ ਭਾਵਨਾ ਵਿੱਚ, ਹਾਂਜੀ, ਸਿਰਫ ਤੁਹਾਡਾ ਪੱਕਾ ਯਕੀਨ ਹੈ ਤਾਂ ਇਸ ਨੂੰ ਪਰੋਖ ਗਿਆਨ ਕਹਿੰਦੇ ਹਨ। ਜੇਕਰ ਧਿਆਨ ਦੁਆਰਾ ਇਸ ਦਾ ਅਸਲ ਵਿੱਚ ਅਨੁਭਵ ਹੋ ਜਾਵੇ ਤਾਂ ਇਸ ਨੂੰ ਉਪਰੋਕਸ਼ ਗਿਆਨ ਜਾਂ ਆਤਮਾ ਸਾਖਿਆਤਕਾਰ ਕਹਿੰਦੇ। ਵੀ ਆਤਮਾ ਨੂੰ ਪ੍ਰਤੱਖ ਕਰ ਲੈਣਾ। ਇਸ ਲਈ ਇਹ ਪੱਕਾ ਵਿਚਾਰ ਰੱਖੋ ਕਿ ਮੈਂ ਪਰਮਾਤਮਾ ਹਾਂ, ਪਰਮਾਤਮਾ ਦਾ ਰੂਪ ਹਾਂ। ਭਾਵੇਂ ਤੁਹਾਡੇ ਕੋਲ ਖਾਣ ਅਤੇ ਪਹਿਨਣ ਲਈ ਕੁਝ ਵੀ ਨਾ ਹੋਵੇ, ਸਾਧਕ ਅਹੰ ਬ੍ਰਹਮ ਅਸਮੀ ਦਾ ਲਗਾਤਾਰ ਮੰਨਣ ਕਰੇ ਕਿ ਮੇਰੀ ਜਿਹੜੀ ਆਤਮਾ ਹੈ ਉਹ ਬ੍ਰਹਮ ਸਰੂਪ ਹੀ ਹੈ, ਉਸ ਪਰਮਾਤਮਾ ਤੋਂ ਭਿੰਨ ਨਹੀਂ ਹੈ। ਨਿਰਗੁਣ ਉਪਾਸਨਾ ਵਿੱਚ ਵੀ ਸ਼ੁਰੂ ਵਿੱਚ ਮਨ ਨੂੰ ਟਿਕਾਉਣ ਦੇ ਲਈ ਸੂਖਮ ਆਕਾਰ ਜਾਂ ਚਿੰਨ੍ਹ, ਜਿਵੇਂ ਅਨੰਤ ਪ੍ਰਕਾਸ਼ ਹੁੰਦਾ ਹੈ, ਬਾਅਦ ਵਿੱਚ ਇਹ ਚਿੰਨ੍ਹ ਅਲੋਪ ਹੋ ਜਾਂਦਾ ਹੈ ਅਤੇ ਧਿਆਤਾ ਅਤੇ ਤੇ ਇੱਕ ਰੂਪ ਹੋ ਜਾਂਦੇ ਹਨ। ਧਿਆਤਾ ਧਿਆਉਣ ਵਾਲਾ, ਤੇ ਜਿਹੜੀ ਚੀਜ਼ ਦਾ ਧਿਆਨ ਕਰਦਾ ਹੈ। ਫਿਰ ਕੋਈ ਸੰਸਾਰ ਨਹੀਂ ਰਹਿੰਦਾ, ਕੇਵਲ ਇੱਕ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ। ਇਹ ਬ੍ਰਹਮ ਮੈਂ ਹਾਂ, ਹਾਂਜੀ। ਏਕ ਓਂਕਾਰ ਬ੍ਰਹਮ ਦਾ ਨਾਮ ਹੈ, ਪਰ ਨਾਮ ਅਤੇ ਨਾਮੀ ਵਿੱਚ ਕੋਈ ਭੇਦ ਨਹੀਂ ਹੁੰਦਾ ਹੈ। ਇਸ ਲਈ ਮਨ ਵਿੱਚ ਇਹ ਭਾਵਨਾ ਕਰੋ ਕਿ ਓਮ ਹੀ ਬ੍ਰਹਮ ਹੈ, ਸੋ ਮੇਰਾ ਹੀ ਰੂਪ ਹੈ। ਇਹੀ ਨਿਰਗੁਣ ਉਪਾਸਨਾ ਹੈ। ਨਿਰਗੁਣ ਸਰੂਪ ਦੀ ਸਮਝ ਅਤੇ ਉਸ ਵਿੱਚ ਲੀਨ ਹੋਣਾ ਹੀ ਉਪਾਸਨਾ ਦੀ ਅੰਤਮ ਵਜਲ ਆ। ਸ਼ੁਰੂਆਤ ਵਿੱਚ ਏਕ ਓਂਕਾਰ ਦੀ ਬਜਾਏ ਸੋਹੰ ਕਹਿਣਾ ਜ਼ਿਆਦਾ ਆਸਾਨ ਹੁੰਦਾ ਹੈ। ਸੋ ਦਾ ਅਰਥ ਹੈ ਉਹ, ਭਾਵ ਪਰਮਾਤਮਾ, ਅਤੇ ਹਮ ਦਾ ਅਰਥ ਹੈ ਮੈਂ ਹਾਂ। ਮੇਰੀ ਆਤਮਾ ਹੀ ਬ੍ਰਹਮ ਸਰੂਪ ਹੈ। ਇਸ ਲਈ ਸੋਹੰ ਦਾ ਅਰਥ ਹੈ ਮੈਂ ਹੀ ਪਰਮ ਸਤ ਹਾਂ। ਸਾਹ ਅੰਦਰ ਜਾਵੇ ਤਾਂ ਸੋ ਦਾ ਮਨ ਵਿੱਚ ਉਚਾਰਨ ਕਰੋ, ਅਤੇ ਸਾਹ ਬਾਹਰ ਜਾਵੇ ਤੇ ਹਮ ਦਾ ਮਨ ਵਿੱਚ ਉਚਾਰਨ ਕਰੋ। ਸੋਹਮ ਭਾਵ ਵਿੱਚ ਨਾਮ ਜਪ ਅਤੇ ਉਹਦੇ ਅਰਥ ਉੱਪਰ ਵਿਚਾਰ ਦੋਵੇਂ ਆ ਜਾਂਦੇ ਹਨ। ਇਹ ਹੁਣ ਆਪੋ ਆਪਣੇ ਮਤ ਦਾ ਹੈ। ਕੋਈ ਇਸ ਢੰਗ ਨਾਲ ਸਤਨਾਮ ਸਤਨਾਮ ਕਰ ਲੈ, ਵਾਹਿਗੁਰੂ ਵਾਹਿਗੁਰੂ ਕਰ ਲੈ, ਕੋਈ ਓਮ ਓਮ ਕਰ ਲੈ, ਕੋਈ ਅੱਲਾ ਅੱਲਾ ਕਰ ਲੈ। ਤਾਂ ਆਪੋ ਆਪਣੇ ਵਿਧੀ ਜਿਹੜੀ ਪਰਮਾਤਮਾ ਦੇ ਮਿਲਣ ਦੀ ਉਹ ਇੱਕੋ ਹੀ ਹੈ। ਅਤੇ ਬਾਕੀ ਝਗੜੇ ਤਾਂ ਉਹਨਾਂ ਮੂਰਖ ਲੋਕਾਂ ਦੇ ਆ, ਸਿਆਣਿਆਂ ਦਾ ਕੋਈ ਝਗੜਾ ਨਹੀਂ ਹੁੰਦਾ। ਇਸੇ ਤਰ੍ਹਾਂ ਏਕ ਓਂਕਾਰ ਦਾ ਅਰਥ ਹੈ ਮੈਂ ਹਾਂ। ਜਦੋਂ ਏਕ ਓਂਕਾਰ ਦਾ ਜਾਪ ਕਰੋ ਤਾਂ ਤੁਸੀਂ ਕਿਸੇ ਸੰਬੰਧਿਤ ਕਰਕੇ ਕੁਝ ਨਹੀਂ ਕਹਿਣਾ, ਭਾਵ ਕਿਸੇ ਨੂੰ ਆਪਣੇ ਤੋਂ ਬਾਹਰ ਖਿਆਲ ਨਾ ਕਰੋ ਜਿਸ ਨੂੰ ਤੁਸੀਂ ਪੁਕਾਰ ਰਹੇ ਹੋ। ਸਗੋਂ ਤੁਹਾਨੂੰ ਆਪਣੇ ਆਪ ਨੂੰ ਪਰਮਾਤਮਾ ਨਾਲ ਅਭੇਦ ਮਹਿਸੂਸ ਕਰਨਾ ਚਾਹੀਦਾ ਹੈ। ਇਸ ਭਾਵ ਨਾਲ ਮਨ ਬ੍ਰਹਮ ਵਿੱਚ ਲੀਨ ਹੋ ਜਾਵੇਗਾ ਅਤੇ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਸੰਕਲਪ ਨਹੀਂ ਰਹੇਗਾ, ਅਤੇ ਗਿਆਨ ਗਿਆਤਾ ਗੇ ਸਭ ਇੱਕ ਬ੍ਰਹਮ ਰੂਪ, ਹਾਂਜੀ, ਕਰ ਲੈਣਗੇ, ਬਣ ਜਾਣਗੇ। ਇਸ ਲਈ ਅਭੇਦ ਭਾਵ ਨਾਲ ਉਪਾਸਨਾ ਕਰਨ ਵਾਲਾ ਧਿਆਨ ਲਗਾਉਂਦੇ ਸਮੇਂ ਸਭ ਸੰਕਲਪਾਂ ਨੂੰ ਤਿਆਗ ਕੇ ਇਸ ਤਰ੍ਹਾਂ ਭਾਵਨਾ ਕਰੇ,
मैं शुद्ध स्वरूप, ज्योति स्वरूप ਅਤੇ ਸਰਬ ਵਿਆਪਕ ਬ੍ਰਹਮ ਸਰੂਪ ਹਾਂ। ਇਹ ਵਿਚਾਰ ਕਰੇ ਕਿ ਮੈਂ ਮਨ ਸਰੀਰ ਆਦਿ ਨਹੀਂ ਹਾਂ, ਮੈਂ ਇਹਨਾਂ ਤੋਂ ਅਲੱਗ ਹਾਂ। ਮਹਿਸੂਸ ਕਰੇ ਕਿ ਮੈਂ ਸੱਚਿਤ ਆਨੰਦ ਆਤਮਾ ਹਾਂ। ਇਸ ਤਰ੍ਹਾਂ ਅਰਥ ਅਤੇ ਭਾਵਨਾ ਦੇ ਸਰੂਪ ਪ੍ਰਕਾਸ਼ ਸਰੂਪ ਪਰਮਾਤਮਾ ਹੀ ਸਭ ਸਥਾਨਾਂ ਵਿੱਚ ਪਰਿਪੂਰਨ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਉਹ ਅਨੰਤ, ਨਿਰਾਕਾਰ, ਅਜਨਮ ਅਤੇ ਬੇਅੰਤ ਹੈ। ਇਸ ਤਰ੍ਹਾਂ ਨਾਲ ਮਨ ਨਾਲ ਪਰਮਾਤਮਾ ਦੇ ਗੁਣਾਂ ਦਾ ਬਾਰ-ਬਾਰ ਚਿੰਤਨ ਕਰਦਾ ਰਹੇ। ਅਸਲ ਵਿੱਚ ਬ੍ਰਹਮ ਨਾਮ ਰੂਪ ਤੋਂ ਪਰੇ ਹੈ, ਕਿਉਂਕਿ ਨਾਮ ਰੂਪ ਮਾਇਆ ਦੀ ਅੰਸ਼ ਹੈ। ਸਤਿਚਿਤ ਆਨੰਦ ਜਿਹੜਾ ਉਹ ਪਰਮਾਤਮਾ ਦਾ ਸਿਰਫ ਚਿੰਤਨ ਕਰਨ ਦੀ ਖਾਤਰ ਉਸ ਤੋਂ ਇਹਨਾਂ ਗੁਣਾਂ ਦੀ ਕਲਪਨਾ ਹੈ। ਇਸ ਲਈ ਸਾਧਕ ਚਿੱਤ ਦੀਆਂ ਸਾਰੀਆਂ ਬਿਰਤੀਆਂ ਨੂੰ ਬ੍ਰਹਮ ਵਿੱਚ ਲੀਨ ਕਰਦਾ ਹੋਇਆ ਪੂਰਨ ਆਨੰਦ ਸਰੂਪ, ਗਿਆਨ ਸਰੂਪ, ਪ੍ਰਕਾਸ਼ ਸਰੂਪ ਇਸ ਤਰ੍ਹਾਂ ਬ੍ਰਹਮ ਦੇ ਗੁਣਾਂ ਦਾ ਚਿੰਤਨ ਕਰਦਾ ਹੋਇਆ ਇਸ ਭਾਵਨਾ ਨੂੰ ਪੱਕਾ ਕਰਦਾ ਰਹੇ ਕਿ ਇੱਕ ਆਨੰਦ ਸਰੂਪ ਬ੍ਰਹਮ ਦੇ ਸਿਵਾਏ ਹੋਰ ਕੁਝ ਵੀ ਨਹੀਂ ਹੈ, ਅਤੇ ਪਰਮਾਤਮਾ ਦੇ ਸਭ ਗੁਣਾਂ ਨੂੰ ਉਸ ਆਨੰਦਮਈ ਪਰਮਾਤਮਾ ਨਾਲ ਅਭਿੰਨ ਸਮਝਦਾ ਰਹੇ, ਕਿਉਂਕਿ ਗੁਣਾਂ ਦੀ ਹੀ ਉਸ ਗੁਣੀ ਪਰਮਾਤਮਾ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਣੀ ਦੇ ਗੁਣਾਂ ਦਾ ਚਿੰਤਨ ਕਰਨਾ ਹੀ ਗੁਣੀ ਦਾ ਚਿੰਤਨ ਕਰਨਾ ਹੈ। ਬ੍ਰਹਮ ਦੇ ਗੁਣਾਂ ਨਾਲ ਭਰਪੂਰ ਰੂਪ ਦੀ ਕਲਪਨਾ ਹੀ ਤਾਂ ਈਸ਼ਵਰ ਹੈ। ਇਸ ਲਈ ਮੰਨਣ, ਗਹਿਰਾ ਵਿਚਾਰ ਕਰਦੇ ਰਹਿਣ ਨਾਲ ਮਨ ਦੇ ਸਾਰੇ ਸੰਕਲਪ ਉਸ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ, ਅਤੇ ਉਸ ਪਰਮਾਤਮਾ ਦੇ ਸਿਵਾ ਮਨ 'ਚ ਕੋਈ ਹੋਰ ਸੰਕਲਪ ਨਹੀਂ ਰਹਿੰਦਾ, ਅਤੇ ਗਿਆਨ, ਗਿਆਤਾ ਅਤੇ ਗੇ ਸਭ ਇੱਕੋ ਬ੍ਰਹਮ ਰੂਪ ਬਣ ਜਾਂਦੇ ਹਨ, ਅਤੇ ਸਾਧਕ ਪਰਮ ਪਦ ਪ੍ਰਾਪਤ ਕਰਦਾ ਹੈ। ਇਹੀ ਧਿਆਨ ਦਾ ਫਲ ਹੈ। ਹੁਣ ਅੱਗੇ ਬਾਣੀ ਦੁਆਰਾ ਵੀ ਹੈ, ਹੋਰ ਸ਼ਾਸਤਰਾਂ ਦੁਆਰਾ ਵੀ ਬਹੁਤ ਕੁਝ ਦੱਸਿਆ ਜਾਂਦਾ ਹੈ। ਸ਼੍ਰੀ ਗੀਤਾ ਦੇ 6ਵੇਂ ਅਧਿਆਇ ਦੇ 31ਵੇਂ ਸ਼ਲੋਕ ਵਿੱਚ ਭਗਵਾਨ ਕਹਿੰਦੇ ਹਨ ਕਿ ਜੋ ਪੁਰਸ਼ ਇੱਕ ਭਾਵ ਵਿੱਚ ਸਥਿਤ ਹੁੰਦਾ ਹੋਇਆ ਸਾਰੇ ਭੂਤਾਂ ਵਿੱਚ ਆਤਮਾ ਰੂਪ ਨਾਲ ਸਥਿਤ ਮੈਨੂੰ ਸੱਚ ਦਾ ਆਨੰਦ ਘਨ ਇੱਕ ਰਸ ਵਾਸੁਦੇਵ ਨੂੰ ਧਿਆਉਂਦਾ ਹੈ, ਉਹ ਜੋਗੀ ਸਭ ਤਰ੍ਹਾਂ ਵਰਤਦਾ ਹੋਇਆ ਵੀ ਮੇਰੇ ਵਿੱਚ ਹੀ ਰਹਿੰਦਾ ਹੈ, ਕਿਉਂਕਿ ਉਹਦੇ ਅਨੁਭਵ ਵਿੱਚ ਮੇਰੇ ਸਿਵਾਏ ਹੋਰ ਕੁਝ ਹੈ ਹੀ ਨਹੀਂ। ਸਵਾਮੀ ਰਾਮ ਤੀਰਥ ਕਹਿੰਦੇ ਹਨ ਕਿ ਹਰ ਇੱਕ ਪਰਮਾਤਮਾ ਹੈ, ਪਰ ਬਣਿਆ ਫਿਰਦਾ ਹੈ ਮੂਰਖ। ਮੈਂ ਵੀ ਗਧਾ ਹੀ ਸੀ ਜਦੋਂ ਮੈਂ ਇਹ ਵਿਸ਼ਵਾਸ ਨਹੀਂ ਕਰਦਾ ਸੀ ਕਿ ਮੈਂ ਪਰਮਾਤਮਾ ਦੀ ਅੰਸ਼ ਹਾਂ। ਇਸ ਤਰ੍ਹਾਂ ਬਾਰ-ਬਾਰ ਮੰਨਣ ਕਰਨ ਨਾਲ ਸਾਰੇ ਸੰਸਾਰ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਰਮਾਤਮਾ ਦੇ ਨਿਸ਼ਚਿਤ ਰੂਪ ਵਿੱਚ ਮਨ ਨਿਸ਼ਚਲ ਕਰ ਦੇਣਾ ਚਾਹੀਦਾ ਹੈ। ਉਹ ਕਹਿੰਦੇ ਪਹਿਲਾਂ ਮੈਂ ਵੀ ਗਧੇ ਵਰਗਾ ਹੀ ਸੀ, ਜਿਉਂ-ਜਿਉਂ ਸੰਗਤ ਹੁੰਦੀ ਗਈ ਹੌਲੀ-ਹੌਲੀ ਸੋਝੀ ਆਉਂਦੀ ਗਈ, ਹੁਣ ਪਤਾ ਲੱਗਾ ਨਹੀਂ ਤਾਂ ਬਿਰਤੀ ਗਧਿਆਂ ਵਾਲੀ ਹੈ, ਕੁੱਤਿਆਂ ਬਿੱਲਿਆਂ ਵਾਲੀ ਹੈ। ਜਦੋਂ ਨਹੀਂ ਸਮਝਦਾ ਹੈ ਸੰਗਤ ਤੋਂ ਬਿਨਾਂ, ਅਜਿਹਾ ਕਰਨ ਨਾਲ ਮਨ ਦੀ ਚੰਚਲਤਾ ਦਾ ਸਹਿਜੇ ਹੀ ਨਾਸ ਹੋ ਜਾਂਦਾ ਹੈ। ਫਿਰ ਜਿੱਥੇ ਮਨ ਜਾਂਦਾ ਹੈ ਉਸ ਨੂੰ ਪਰਮਾਤਮਾ ਹੀ ਨਜ਼ਰ ਆਉਂਦੇ ਹਨ, ਅਤੇ ਉਸ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ ਸੁੱਝਦਾ। ਉਸ ਨੂੰ ਹਰ ਥਾਂ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਇਸ ਲਈ ਉਹ ਕਿਸੇ ਵੀ ਸਮੇਂ ਸੰਸਾਰ ਨੂੰ ਜਾਂ ਆਪਣੇ ਆਪ ਨੂੰ ਬ੍ਰਹਮ ਤੋਂ ਅਲੱਗ ਨਹੀਂ ਦੇਖਦਾ। ਇਸ ਤਰ੍ਹਾਂ ਜੋ ਇੱਕ ਹੀ ਭਾਵ ਨਾਲ ਪਰਮਾਤਮਾ ਵਿੱਚ ਸਥਿਤ ਹੈ, ਉਹ ਗਿਆਨ ਦੁਆਰਾ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਹਨ। ਇਹੀ ਧਿਆਨ ਦਾ ਫਲ ਹੈ। ਨੰਬਰ 10 ਸਕਾਰ ਜਾਂ ਸਰਗੁਣ ਦਾ ਧਿਆਨ। ਇਸ ਵਿੱਚ ਏਕ ਓਂਕਾਰ ਦਾ ਜਪ ਅਤੇ ਧਿਆਨ ਇਸ਼ਟ ਦੇ ਵਿੱਚ ਲਗਾਇਆ ਜਾਂਦਾ ਹੈ। ਹਾਂਜੀ, ਜਿਵੇਂ ਗੁਰੂ ਮਹਾਰਾਜ ਦੇ ਧਿਆਨ ਵਿੱਚ ਬਹਿ ਜਾਣਾ, ਜਾਂ ਪਰਮਾਤਮਾ ਦੇ ਪ੍ਰਤੀਕ ਹਾਂਜੀ ਏਕ ਓਂਕਾਰ ਵਿੱਚ ਜਾਂ ਪ੍ਰਕਾਸ਼ ਵੀ ਲਗਾਇਆ ਜਾਂਦਾ ਹੈ। ਜਿਵੇਂ ਤ੍ਰਿਕਟੀ ਵਿੱਚ ਪ੍ਰਕਾਸ਼ਮਈ ਬਿੰਦੂ ਦਾ ਧਿਆਨ ਲਗਾਉਣਾ। ਨੰਬਰ 11 ਨਿਰਾਕਾਰ ਜਾਂ ਨਿਰਗੁਣ ਦਾ ਧਿਆਨ। ਇਸ ਵਿੱਚ ਓਮ ਦਾ ਜਪ ਅਤੇ ਧਿਆਨ ਉਹਦੇ ਅਰਥਾਂ ਵਿੱਚ ਲਗਾਇਆ ਜਾਂਦਾ ਹੈ। ਇਸ ਵਿੱਚ ਬ੍ਰਹਮ ਦੇ ਗੁਣਾਂ ਦਾ ਧਿਆਨ ਕੀਤਾ ਜਾਂਦਾ ਹੈ, ਜਿਵੇਂ ਸਤਿਚਿਤ ਆਨੰਦ ਸਰੂਪ ਬ੍ਰਹਮ ਦਾ ਧਿਆਨ। ਹੁਣ ਨੋਟ ਅੱਗੇ ਦੱਸਦੇ ਆ ਧਿਆਨ ਲਗਾਉਣ ਦੀਆਂ ਉੱਪਰ ਦੱਸੀਆਂ ਵਿਧੀਆਂ ਵਿੱਚੋਂ ਸਾਧਕ ਨੂੰ ਜੋ ਵਿਧੀ ਚੰਗੀ ਲੱਗੇ ਜਾਂ ਜੋ ਵਿਧੀ ਉਸ ਦੇ ਅਨੁਕੂਲ ਹੋਵੇ, ਉਸ ਵਿਧੀ ਨੂੰ ਉਹ ਅਪਣਾ ਸਕਦਾ ਹੈ। ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਆਹ ਕਰ ਲਓ ਆਹ ਕਰ ਲਓ। ਇਹ ਵਿਧੀਆਂ ਸਾਰੀਆਂ ਦੱਸੀਆਂ ਗਈਆਂ, ਜਿਹੜੀ ਕਿਸੇ ਨੂੰ ਵਿਧੀ ਚੰਗੀ ਲੱਗਦੀ ਹੈ ਜਿਹਦੇ 'ਚ ਉਹਦਾ ਮਨ ਸੌਖਾ ਲੱਗਦਾ ਉਹ ਕਰ ਸਕਦਾ। ਕਿ ਬਹੁਤ ਸਾਰੇ ਮਹਾਂਪੁਰਖਾਂ ਦੇ ਜਿਹੜੇ ਅਨੁਭਵ ਆ
ਉਹ ਦੱਸੇ ਆ। ਇਹ ਹੁਣ ਤੁਸੀਂ ਦੇਖਣਾ, ਜਿਵੇਂ ਹੁਣ ਖਾਣ ਪੀਣ ਦੀਆਂ ਚੀਜ਼ਾਂ ਤਾਂ ਸਾਰੀਆਂ ਹੀ ਆ, ਇਹ ਤਾਂ ਦੇਖਣਾ ਕਿਹੜੀ ਚੀਜ਼ ਮੈਨੂੰ ਅਨੁਕੂਲ ਹੈ। ਅਤੇ ਜਿਹੜੀ ਚੀਜ਼ ਅਨੁਕੂਲ ਨਹੀਂ, ਸਿਹਤ ਨੂੰ ਖਰਾਬ ਕਰਦੀ ਖਾਵਾਂਗੇ, ਫਿਰ ਖਰਾਬੀ ਹੋਏਗੀ। ਇਸ ਤਰ੍ਹਾਂ ਵਿਧੀਆਂ ਹੈਗੀਆਂ, ਇਹ ਨਹੀਂ ਵੀ ਠੋਸਿਆ ਗਿਆ ਵੀ ਤੂੰ ਆਹ ਹੀ ਕਰ ਲਾ। ਉਹ ਵਿਧੀਆਂ ਸਾਰੀਆਂ ਦੱਸੀਆਂ। ਇਹ ਹੁਣ ਤੁਸੀਂ ਚੋਣ ਕਰ ਲਓ ਵੀ ਕਿਹੜੀ ਚੀਜ਼ ਜਿਹੜੀ ਤੈਨੂੰ ਫਿੱਟ ਆਉਂਦੀ ਹੈ। ਪਰ ਹੁਣ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ 'ਚ ਸਭ ਤੋਂ ਵੱਡਾ ਹੈ ਸੇਵਾ। ਸੇਵਾ ਕਰਦਿਆਂ ਬਾਣੀ ਪੜ੍ਹਨੀ, ਨਾਮ ਜਪਣਾ। ਸੇਵਾ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ, ਆਲਸ ਵੀ ਨਹੀਂ ਆਉਂਦੀ। ਜੇ ਵਿਹਲੇ ਬਹਿ ਕੇ ਕਰੋ ਉਦੋਂ ਨੀਂਦ ਘੇਰ ਲੈਂਦੀ ਹੈ। ਸੇਵਾ ਕਰਦਿਆਂ ਫਿਰ ਕੁਦਰਤੀ ਮਨ ਲੱਗਾ ਰਹਿੰਦਾ। ਫਿਰ ਸੇਵਾਦਾਰ ਜਿਹੜਾ ਦੂਏ ਦੇ ਵੀ ਪੁੰਨ ਲੈ ਲੈਂਦਾ, ਉਹਦਾ ਫਲ ਜ਼ਿਆਦਾ। ਅੱਗੇ ਹੁਣ ਜਲ ਧਾਰਾ ਕਰਦੇ ਸੀ, ਕਿੰਨਾ ਪਾਣੀ ਰੋੜਦੇ ਸੀ। ਉਹੀ ਪਾਣੀ ਹੁਣ ਛਬੀਲ ਲਾ ਕੇ ਜਾਂ ਲੰਗਰ ਵਿੱਚ ਭੋਜਨ ਤਿਆਰ ਕਰਕੇ ਲੰਗਰ ਵਰਤਾਓ, ਕਿੰਨਾ ਪੁੰਨ ਬਣ ਗਿਆ। ਧੂਣੇ ਤਪਾਉਂਦੇ ਕਿੰਨਾ ਬਾਲਣ ਫੂਕਦੇ ਸੀ, ਉਸ ਬਾਲਣ ਨਾਲ ਲੰਗਰ ਬਣਾ ਕੇ ਤਿਆਰ ਕਰਕੇ ਛਕਾਓ, ਕਿੰਨਾ ਪੁੰਨ ਹੋ ਗਿਆ। ਉਹ ਇਕੱਲਾ ਹੀ ਬੰਦਾ ਐਵੇਂ ਮਨਾ ਮੂੰਹ ਰੱਖਣਾ ਫੂਕੀ ਜਾਂਦਾ ਸੀ, ਨਾਲੇ ਆਪਣੇ ਸਰੀਰ ਨੂੰ ਦੁਖੀ ਕਰਦਾ ਸੀ। ਹੁਣ ਠੰਡ 'ਚ ਜਲ ਧਾਰਾ ਉਹ ਵੀ ਦੁੱਖ ਹੀ ਆ। ਉਹੀ ਪਾਣੀ ਦੇ ਨਾਲ ਆਪਾਂ ਸੇਵਾ 'ਚ ਵਰਤੀਏ, ਕਿੰਨਾ। ਅੱਜ ਕੱਲ੍ਹ ਤਾਂ ਹੁਣ ਆਪਣੇ ਉਹ ਕਈ ਡੇਰਿਆਂ 'ਚ ਭਾਫ ਨਹੀਂ ਲੰਗਰ ਤਿਆਰ ਹੁੰਦਾ, ਐਸੀਆਂ ਚੀਜ਼ਾਂ ਬਣ ਗਈਆਂ। ਭਾਫ ਨਹੀਂ, ਭਾਂਡੇ ਇਸ ਤਰ੍ਹਾਂ ਵਾਲਾ ਦੋਸਲੇ ਸਾਫ਼ ਹੋ ਜਾਂਦੇ। ਭਾਫ ਦੇ ਨਾਲ ਕਿੰਨੇ ਕੰਮ ਹੋ ਰਹੇ। ਹੁਣ ਕਈ ਨਜ਼ਲਾ ਹੋਏ ਉਹ ਵੀ ਭਾਫ ਲਈ ਜਾਂਦੇ ਆ। ਗਲ ਖਰਾਬ ਹੋਇਆ, ਭਾਫ ਲਓ ਜੀ, ਕਿ ਨਹੀਂ। ਸੋ ਇਸ ਕਰਕੇ ਹੀ ਆ ਜਾਣ, ਬਾਬਾ ਜੀ ਭਾਫ ਲਓ। ਮੈਂ ਕਿਹਾ ਭਾਫ ਕੋਲੇ ਰੱਖਿਓ, ਸਾਡਾ ਐਵੇਂ ਕੰਮ ਚੱਲੀ ਜਾਂਦਾ ਅੱਜ ਕੱਲ੍ਹ, ਇਹ ਬੜਾ। ਸੋ ਇਸ ਕਰਕੇ ਇਹ ਸਾਰੀਆਂ ਵਿਧੀਆਂ ਦੱਸੀਆਂ। ਹੁਣ ਅਗਲੇ ਵਿਚਾਰ ਆਪਾਂ ਅਗਲੇ ਪ੍ਰਸੰਗਾਂ ਵਿੱਚ ਕਰਾਂਗੇ, ਕਿਉਂਕਿ ਫਿਰ ਇਹ ਮਹਿੰਗੀਆਂ ਗੱਲਾਂ ਆ, ਅਤੇ ਪੜ੍ਹਨ ਨੂੰ ਤਾਂ ਵਿਚਾਰਨ ਨੂੰ ਘੰਟਿਆਂ ਵਿੱਚ ਹੀ ਸਾਰਾ ਕੁਝ ਹੋ ਜਾਂਦਾ। ਪਰ ਜਿਹੜਾ ਇਹ ਚੀਜ਼ਾਂ ਮਨ ਵਿੱਚ ਲਿਆਉਣੀਆਂ, ਇਹ ਜ਼ਿੰਦਗੀਆਂ ਦੇ ਜਨਮਾਂ ਦੇ ਕੰਮ ਹੈਗੇ ਆ, ਸੌਖੇ ਨਹੀਂ ਹੈਗੇ। ਪਰ ਇਹ ਆ, ਹੁਣ ਮਨ ਟਿਕੂਗਾ ਤਾਂ ਹੀ ਆ ਨਾ, ਜੇ ਮਨ ਭੁੜਕੂਗਾ ਫੇਰ ਨਹੀਂ ਹੈ। ਹੁਣ ਮਹਾਰਾਜ ਨੇ ਤਾਂ ਦੇਖ ਲਓ ਖਾਲਸੇ ਨੂੰ ਕਿੰਨੀਆਂ ਕਠਿਨਾਈਆਂ ਦੇ ਵਿੱਚੋਂ ਕੱਢਿਆ। ਹੁਣ ਸੋਨਾ ਪਹਿਲਾਂ ਹਾਂਜੀ ਖਾਣ ਜੋ ਕੱਢਦੇ ਆ, ਫਿਰ ਉਹਨੂੰ ਕਠਾਲੀ 'ਚ ਗਾਲਦੇ ਆ, ਫਿਰ ਮੈਲ ਕੱਢਦੇ ਆ, ਹਾਂਜੀ, ਫਿਰ ਚੂਨਾ ਪਾ ਕੇ ਬੁਝਾ ਕੇ ਥੋੜਿਆਂ ਨਾਲ ਕੁੱਟਦੇ ਆ, ਹਾਂਜੀ, ਫਿਰ ਡਾਈਆਂ 'ਚ ਪਾ ਪਾ ਕੇ ਗਹਿਣੇ ਬਣਦੇ ਆ, ਫਿਰ ਬਾਜ਼ਾਰ 'ਚ ਮੁੱਲ ਪੈਂਦਾ ਹੈ। ਅਤੇ ਹੁਣ ਜਿਹੜੇ ਖੁੱਲ੍ਹੇ ਘੁੰਮਣ ਗਿੱਜੇ ਆ, ਉਹਨਾਂ ਲਈ ਫਿਰ ਆਹ ਔਖਾ ਬਹੁਤ ਹੈ ਕਿ ਨਹੀਂ। ਉਹ ਫਿਰ ਮਨ ਮਰਜ਼ੀ ਨਾਲ ਕਰ ਲਿਆ, ਨਾ ਕਰ ਲਿਆ, ਜਿੱਧਰ ਨੂੰ ਮਨ ਕਿਹਾ ਉੱਧਰ ਚਲੇ ਗਏ। ਇਉਂ ਨਹੀਂ ਗੱਲ ਬਣਦੀ। ਹਾਂਜੀ, ਹੁਣ ਮਾਤਾ ਨੇ ਕਿਹਾ ਸੀ ਮਾਰਾ ਇਹਨਾਂ ਨੂੰ ਭੁੱਖੇ ਮਾਰੀ ਜਾਂਦੇ ਹਾਂ, ਖਜ਼ਾਨਾ ਚੱਕ ਕੇ ਦਰਿਆ 'ਚ ਸੁੱਟਤਾ। ਕਹਿੰਦੇ ਅਸੀਂ ਤਾਂ ਇਹਨਾਂ ਨੂੰ ਸੋਧ ਕੇ ਨਾ, ਇਹਨਾਂ ਦੇ ਮਨ ਸੰਜਮ ਵਿਵੇਕ 'ਚ ਲਿਆ ਕੇ ਇਹਨਾਂ ਨੂੰ ਬ੍ਰਹਮ ਗਿਆਨ ਦੇਣੇ ਆ। ਕਹਿੰਦੇ ਵੀ ਤੂੰ ਹੁਣ ਮੈਨੂੰ ਜ਼ਹਿਰ ਦੇ ਦਿਆਂਗੀ। ਅਸੀਂ ਨਾ ਜੀ, ਤੁਸੀਂ ਮੇਰੇ ਇੱਕੋ ਸਾਹਿਬਜ਼ਾਦੇ, ਮੈਂ ਜ਼ਹਿਰ ਕਿਵੇਂ ਦੇ ਦੂੰਗੀ। ਕਹਿੰਦੇ ਖਾਲਸਾ ਵੀ ਸਾਡਾ ਪੁੱਤਰ ਹੈ, ਅਸੀਂ ਜ਼ਹਿਰ ਕਿਵੇਂ ਦੇ ਦਈਏ। ਹਾਂਜੀ, ਸੋ ਇਸ ਕਰਕੇ ਉਹ ਲੜਾਈਆਂ ਵਿੱਚ ਵੀ ਸੁਧਾਈ ਕਰਦੇ ਸੀ ਵੀ ਦੇਖੀਏ ਸੱਚੀ ਪ੍ਰੀਤੀ ਹੈਗੀ ਕਿ ਨਹੀਂ। ਅਤੇ ਜਿਹੜੇ ਵੀ ਡੋਲਦੇ ਆ ਬਦਾਵੇ ਵੀ ਦੇਗਾ, ਫਿਰ ਮਾਤਾ ਭਾਗੋ ਕਰੜੀ ਹੋ ਗਈ। ਹੁਣ ਪਾਓ ਸੁਥਣਾ ਬੈਠੋ, ਚੁੱਲ੍ਹੇ ਚੌਕੇ ਸਾਂਭੋ, ਅਸੀਂ ਜਾਨੀਆਂ ਖੰਡਾ ਫੜ ਕੇ ਫਿਰ ਸਿੱਧਾ ਕਰਕੇ ਲੈ ਗਏ ਕਿ ਨਹੀਂ। ਫਿਰ ਬਖਸ਼ਾਲ ਤੇ ਬਦਾਵੇ ਪੜਾਤੇ, ਉਹ ਮਾਤਾ ਜੀ ਦੀ ਦੇਣੇ। ਤੋ ਇਸ ਤਰ੍ਹਾਂ ਮਨ ਜਿਹੜਾ ਨਾ ਇਹ ਭੱਜਦਾ ਨੱਸਦਾ ਛੱਡ ਕੇ, ਪਰ ਇਹਦਾ ਕਸਵੱਟੀ ਚੱਲ ਕੇ ਫਿਰ ਮੰਜ਼ਿਲ ਮਿਲਣੀ ਆ। ਹਾਂਜੀ, ਹੁਣ ਸਾਰੀ ਉਮਰ ਪੜ੍ਹਾਈ ਕਰੀ ਗਏ, ਇਮਤਿਹਾਨ 'ਚ ਬੈਠੇ ਨਹੀਂ, ਇਮਤਿਹਾਨ ਦਿੱਤਾ ਨਹੀਂ, ਅਤੇ ਸਰਟੀਫਿਕੇਟ ਕਿੱਥੋਂ ਮਿਲ ਜਾਊਗਾ। ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ, ਇਹਦਾ ਇਮਤਿਹਾਨ ਵੀ ਹੋਣਾ। ਫਿਰ ਇਮਤਿਹਾਨ 'ਚ ਦੇਖਣਾ ਵੀ ਹਾਂ ਬਈ ਪਰਚਾ ਪਿਆ, ਪਾਸ ਹੋਏ ਕਿ ਨਹੀਂ। ਬਾਕੀ ਤਾਂ ਹੁੰਦੇ 6 ਮਹੀਨੇ ਸਾਲ ਪਿੱਛੋਂ, ਇਹ ਗੁਰੂ ਘਰ 'ਚ ਪੈਰ ਦੇ ਪਰਚਾ ਪੈਂਦਾ, ਮਿੰਟ ਤੇ ਸਕਿੰਟ ਦੇ ਪਰਚੇ ਪੈਂਦੇ। ਆਓ ਗਏ ਸੀ ਉੱਥੇ, ਅਤੇ ਉਹ ਜ਼ਿੰਮੇਵਾਰ ਬੰਦੇ, ਉਹ ਸੇਵਾਦਾਰ, ਇਹ ਨਹੀਂ ਪਤਾ ਹੁਣ ਰੋਟੀ ਖਿਲਾਉਣੀ ਆ ਕੀ ਕਰਨਾ ਹੈ। ਅਤੇ ਕਹੇ
पानी लियाओ बई, बोतल लिया के मोहरे रखती बोतल। ये नहीं भी गुरु घर च इउं नहीं भी बाटा रखो, पानी पाओ, हाथ धोने आ, तौलिया लेना आ, भांडे रखने आ, हाँ जी, फिर चीज़ लोड़ अनुसार वरताउणी है। जे बलांगा मारी और रोटी लिया होए, दाला लिया होए, फलाना लिया है, उतों देखीदा ना भी सेवादार जिहड़े अनट्रेंड आ, सोझी नहीं है। तो इस करके इहदा अपने आप ही किहड़ी चीज़ वरताउण लगे हैगा, छकण लगे, छकाउण लगे कर। फिर वो ज्ञानी ध्यानी भी बैठे ही, साध भी। मैं हुण खा तो लईआं, लिफाफे नाल तुहाडी सुरती है भी दंद घसाई मिल जाए दक्षिण, ते अरदास नहीं करनी? क्यों नहीं अरदास करते? लंगर छकिया आ तो महाराज धन्नवाद तो करो, छकण तो पहलां भी, छक के भी। ये चीज़ां लोप होंदियां जा रही। मैं जिवें होटल है ना, वो हाल बनी जाता। हुण जो साडे लोकां दा रवैया वो बने ही होटल वाला गया, घरां च पाठ कराउंदे आ, बेच लगे आ, जुतियां पाइयां नंगे सिर खाई जांदे आ, एक दूए टीचरां करी जांदे। अंदर भाई जी भोग पाउंदे, रागी कीर्तन करदे, ना पंगत रही ना संगत रही, सारा कुछ छड्डता। डोंगे रखे आ, एक दूए उवें खाई जांदे, एक मूँह बुरकियां देण डे, झूठा खाण डे, मन बूठे भी जाद झूठा खाया। वो हाल बनया होया क्योंकि चीज़ां छड्डी जाने। हुण जो हाल है इस वेले साडे लोकां ने 5-10 साल घर रोटियां पकणियां बंद हो जाणियां। जिवें गोरे ना जाके खांदे आ होटलां दे, वो हाल इत्थे बनदा जा रहा। कोई हत्थ ला के राजी नहीं, किहड़ा करे? फिर रात दा बेहा आटा, सवेरे नहाउणा धोना किसे ने नहीं, उही बेही सब्जी रात दी है, वो माड़ा मोटा करके घर वाले नूं भी तोड़ देना, हाँ जी, ते बच्चिआं नूं भी तोड़ देना, हाँ जी। फिर कोल गंदे रिकार्ड लगे आ, फिर कहंदे साडे नियाणा कहना नहीं मनदे। मैं जब सारा काम पुट्ठा होण डिया कहना किहड़ा मनूगा? कोई सिक्ख्या ही है नहीं। ये संसार सारा बिरले वेले है जिथे कोई सत्संग वाली जां भजन बाणी वाली गल है। लंगर तैयार करदे आ, खांदे आ, खिलाउंदे आ, बस वो बाणी चल गई। पंग च बैठिया हुण पंग च गल्लां करनगे, कई गल्लां नहीं करनियां। आ माड़ा दबका शौका रखी दा, नहीं तो भंजड़ खाने बना के बना देना। माड़े मोटे भै नहीं है, तो जे ना कहिए सुनिए, बस यही हाल है। क्यों अंदर है नहीं ना, घरों चो है नहीं। जिन्ना कि टीका लाने उन्ना ही है, अपने अंदर नहीं। जिन्ना चिर अपने अंदर शौक नहीं जागदा, उन्ना चिर फिर बाहर की ठोसी वो गल बहुती देर रहिंदी नहीं ना। अंदर शौक होवे कि असीं ये चीज़ां करनियां, तो बस भजू भजू करते हैं। लो जी पाठी बन गए, माड़ा मोटा बोलना सिख लिया, 4 सुरां आ गईयां, तो हुण आपां पैसे कमावांगे। कोई सिक्खी वाली गल, कोई भजन वाली गल, कोई जन्म सवारन वाली गल, वो साडे चों लोप होंदी जा रही है। वो गुरसिख सीगे जिहड़े आरे भरा बंद बंद कटा जबूरा ना मार नचा नचा के, हाँ जी, किन्ने चरखे तुम्बे तुम्बे हो के भी गुरु नूं पिठ नहीं देती है। हुण वो समझे पे कि कहानियां सी, ये नहीं पे असलीयत है, भी असीं इत्ते अमल करिए। सिर्फ वो बलास मात्र सुनाउण वालिआं नूं भी माया मिल जाती है, सुनने वाले बाज ही वाह आह ही। वो राजा हुंदा सी ना, वो कहंदा भी संत जी, संत आ गए, वो कहंदे संत जी इन्ना चिर तैनूं कथा सुणदे नूं होया, घणा ज्ञान दा प्रकाश होया। कहंदा नहीं, वो हुण जिहड़ा कथा सुणाउंदा सी भी महाराज संत ने आ गल कही है भी तुहाडे अंदर हैगा, वो कहंदा मेरे अंदर भी है नहीं। वो संतां नूं कहंदा महाराज फिर हुण किवें होवे हैं? वो संतां ने कीता, राजे दीआं मुश्कां बंधियां, कथा बाजिक दीआं मुश्कां बंधियां, कहंदे खोलो बई। कहंदे महाराज फिर इहदियां मुश्कां बन्नियां, मेरियां भी तो खोले हुण किहड़ा? कहंदे बस तूं इउं आ भी मेरा नौकर आ, मैनूं सुणाउंदा, इहनूं आ भी मैनूं तनख्वाह मिलदी है, इत्थे वज्जिओ ते प्रकाश कितों हो जाऊगा? संसार इउं वज्जिआ, अंदर भावना है नहीं, भावना बिन गल बनदी नहीं। इस करके ये चीज़ भी हुण बन के बालिया भाई जी नूं ते मन पोड़ करिया है, पापा जी हुण आ गए, हुण छुट्टी मैसी होगी कि नहीं? कच्चा दुध उबलदा ना, जिहले रह जे पै जाए फिर तौड़ी च टिक जांदा।
ਤੁਸੀਂ ਬੁੱਢੇ ਵਾਲੇ ਟਪੂਸੀਆਂ ਮਾਰਦੇ, ਹੁਣ ਗੋਡੇ ਗਿੱਟੇ ਵੀ ਕੰਮ ਨਹੀਂ ਕਰਦੇ, ਤੇ ਛੋਕਰਿਆਂ ਦੀ ਫਿਰ ਕੀ ਹਾਲਤ ਹੋਊਗੀ? ਤੁਹਾਡਾ ਬੁੱਢਿਆਂ ਦਾ ਇਹ ਹਾਲ ਆ ਹੈਂ। ਪੱਗਾਂ ਮੈਨੂੰ ਹੋਰੀਆਂ ਮਾਰਤਾ ਬਿਨ ਬਦਨੇ ਮੈਨੂੰ ਖੈਰ ਖਰਾਤਾ ਹੈ ਮਨ ਜਿਹੜਾ ਪੈਰਾਂ ਤੋਂ ਬਿਨਾਂ ਟਪੂਸੀਆਂ ਮਾਰਦਾ ਹਾਂ। ਹੁਣ ਸਰੀਰ ਕੰਮ ਨਹੀਂ ਕਰਦਾ, ਮਨ ਹਾਲੇ ਵੀ ਦੌੜਦਾ ਹਾਂ। ਉਹ ਜਿਵੇਂ ਕੁੱਤੇ ਨੂੰ ਪਤਾ ਲੱਗ ਜਾਏ ਨਾ ਮੁਰਦਾ ਪਸ਼ੂ ਪਿਆ ਹੱਡ ਪਿਆ ਉੱਧਰ ਦੌੜੂਗਾ। ਇਹ ਹਾਲ ਆ ਸਾਡੀ ਹੱਡ ਜੰਮ ਦੀ ਪ੍ਰੀਤੀ ਆ, ਨਿਰੰਕਾਰ ਪਰਮੇਸ਼ਰ ਦੀ ਨਹੀਂ ਹੈਗੀ। ਅਤੇ ਇਹ ਤਾਂ ਜਦੋਂ ਭਾਵਨਾ ਬਣਾਓਗੇ ਫਿਰ ਤਾਂ ਕੋਈ ਪੱਲੇ ਪੈ ਜਾਊ, ਨਹੀਂ ਤਾਂ ਫਿਰ ਧੋਬੀ ਦਾ ਕੁੱਤਾ ਨਾ ਕਰਦਾ ਨਾ ਘਾਟਦਾ ਕਿ ਨਹੀਂ। ਇਹਦੇ ਗੱਲ ਫੇਰ ਬਣਨੀ ਆ। ਹਾਲੇ ਕਸਵੱਟੀ ਲਾਉਂਦੇ ਨਹੀਂ, ਜੇ ਕਸਵੱਟੀ ਲਾਈਏ ਤਾਂ ਮੇਰਾ ਹਾਲੇ 10 ਮਿੰਟ ਨਹੀਂ ਖੜਨਾ। ਹਾਲੇ ਕਸਵੱਟੀ ਨਹੀਂ ਲੱਗਦੀ, ਕਸਵੱਟੀ ਲੱਗਦੀ ਗੁਰੂ ਘਰ 'ਚ। ਜਿਹੜਾ ਕਸਵੱਟੀ ਸਹਿ ਜਾਂਦਾ ਉਹ ਫਿਰ ਗੱਲ ਬਣਦੀ ਹੈ ਹਾਂਜੀ। ਉਹ ਬਾਬੇ ਮਹਿੰਦਰ ਸਿੰਘ ਜੈਸਦਾਰ ਨੂੰ ਕਹਿੰਦੇ ਟਿਕੋ, ਕਹਿੰਦੇ ਨਹੀਂ ਖਾਲਸਾ ਤਾਂ ਹਰਨ ਸੂੰ ਹੋ ਰਿਹਾ, ਖਾਲਸਾ ਹਰਨ ਸੂੰ ਹੋ ਰਿਹਾ ਵੀ ਭੱਜ ਰਿਹਾ। ਤੇ ਸੰਤ ਚਾਹੁੰਦੇ ਸੀ ਵੀ ਇਹਨਾਂ ਨੂੰ ਕੁਝ ਦੇ ਦੇਈਏ, ਕਿਉਂ ਵੈਸੇ ਬੜੀ ਕਮਾਈ ਸੀ ਉਹਨਾਂ ਦੀ, ਬੜੀ ਸੇਵਾ ਸੀ, ਪਰ ਬਚਨ ਦੀ ਕਸਵੱਟੀ ਜਿਹੜੀ ਉਹ ਵੱਖਰੀ ਗੱਲ ਆ। ਬਚਨ ਤੋਂ ਬਿਨਾਂ ਫਿਰ ਗੱਲ ਨਹੀਂ ਬਣਦੀ ਹਾਂਜੀ ਸ਼ਬਦ ਦੀ। ਅਤੇ ਮਹਾਰਾਜ ਨੂੰ ਕਹਿੰਦੇ ਬਾਬਾ ਨੰਦ ਸਿੰਘ ਰਾਮਗੜ੍ਹ ਵਾਲੇ ਮਹਾਰਾਜ ਤੁਸੀਂ ਸੂਮ ਬੜੇ ਆ, ਕਿਸੇ ਨੂੰ ਦਿੰਦੇ ਨਹੀਂ ਕੁਛ। ਮਹਾਰਾਜ ਕਹਿੰਦੇ ਕਿਹਨੂੰ ਦਈਏ, ਕੋਈ ਅਧਿਕਾਰੀ ਵੀ ਹੋਵੇ, ਤੂੰ ਦੱਸ ਕਿਹਨੂੰ ਦਈਏ। ਕਹਿੰਦੇ ਜੇ ਘੋੜਿਆਂ ਜਿਹੜਾ ਤੁਹਾਡੀ ਸੇਵਾ ਕਰਦਾ ਗੁਰਬਚਨ ਸਿੰਘ, ਇਹਦਾ ਬੜਾ ਜਪ ਤਪ ਇਹਨੂੰ ਦੇ ਦਿਓ। ਮਹਾਰਾਜ ਕਹਿੰਦੇ ਚੰਗਾ। ਕਹਿੰਦੇ ਗੁਰਬਚਨ ਸਿੰਘ ਅਸੀਂ ਚੱਲੇ ਹਾਂ ਕਿਤੇ, ਅਤੇ ਸੰਗਤ ਦਾ ਕੋਈ ਹੈਗਾ ਸਮਾਗਮ, ਤੂੰ 40 ਦਿਨ ਇੱਥੋਂ ਜਾਣਾ। ਹੁਣ 40 ਦਿਨ ਕਿਹੜਾ ਰਹੇ। ਉਹ ਭੱਜ ਪਿਆ ਫਿਰ ਰਾਤ ਨੂੰ, ਉੱਥੇ ਫਿਰ ਸ਼ਹੀਦਾਂ ਨੇ ਸੁੱਟ ਲਿਆ, ਫੜ ਲਿਆ ਫਿਰ ਹਾਂਜੀ। ਮਹਾਰਾਜ ਕਹਿੰਦੇ ਤੂੰ ਕਹਿੰਦਾ ਇਹਨੂੰ ਦੇ ਦਿਓ ਹੈ ਨਹੀਂ। ਅਤੇ ਹੁਣ ਗੱਲਾਂ ਸੁਣਾਉਣੇ ਪਏ। 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਕਿਹਾ 40 ਦਿਨ ਰਹੋ ਤੁਹਾਨੂੰ ਰਾਜ ਦੇ ਦਿਆਂਗੇ। ਨਹੀਂ ਮਹਾਰਾਜ ਹੁਣ ਛੁੱਟੀ ਦਿਓ, 8 ਦਿਨ ਰਹਿ ਲਓ। ਨਹੀਂ ਜੀ 8 ਪੈਰ 8 ਮਿੰਟ ਸਕਿੰਟ ਨਹੀਂ ਮਹਾਰਾਜ ਹੁਣ ਹਾਂਜੀ। ਅਤੇ ਕਹਿੰਦੇ ਵੀ ਉੱਥੇ ਤਾਂ ਘੇਰੇ ਪਏ ਹੋ ਸੀ, ਖਾਣ ਪੀਣ ਨੂੰ ਵੀ ਨਾ ਮਿਲਦਾ, ਤਾਂ ਅਸੀਂ ਵੀ ਇੱਥੇ ਤਾਂ ਹੁਣ ਹਾਂਜੀ ਤਿਉਹਾਰੇ ਦਾ ਕੜਾਹ ਵੀ ਰੋਜ਼ ਮਿਲਦਾ, ਦੇਸੀ ਘਿਓ ਨਾਲ ਚੋਪੜੇ ਪ੍ਰਸ਼ਾਦੇ ਮਿਲਦੇ ਆ, ਖੱਦਰ ਦੀ ਲੀਰ ਨਾਲ ਚੋਪੜੇ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਪਦਾਰਥ ਮਿਲਦੇ ਆ। ਫੇਰ ਨਹੀਂ ਟਿਕਦੇ, ਫੇਰ ਨਹੀਂ ਭੱਜਦੇ ਕਿ ਨਹੀਂ। ਹੁਣ ਗੁਰੂ ਘਰ ਜਿੰਨੀਆਂ ਚੀਜ਼ਾਂ ਘਰਾਂ 'ਚ ਕਿੱਥੇ ਹੋਣੀਆਂ, ਹੁਣ ਮੁੱਲ ਖਰੀਦ ਕੇ ਰੋਜ਼ ਕਿੱਥੇ ਖਾ ਹੁੰਦਾ। ਇਹਦਾ ਮਹਾਰਾਜ ਦਾ ਘਰ ਆ, ਸੰਗਤਾਂ ਦਾ ਤੇਜ ਪ੍ਰਤਾਪ, ਸੰਗਤਾਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਲਿਆਉਂਦੀਆਂ, ਕਿੰਨੇ ਸੁੱਖ ਸੁਵਿਧਾ ਸੇਵਾ ਕਰਦੀਆਂ। ਸੰਗਤ ਦੀ ਕਿਰਪਾ ਹੈ ਨਾ, ਗੁਰੂ ਦੀ ਕਿਰਪਾ। ਸੰਗਤ ਗੁਰੂ ਦੀ ਕਿਰਪਾ ਨਹੀਂ ਹੁੰਦੀ। ਸੋ ਇਸ ਕਰਕੇ ਉਹ ਸਿੱਖ ਅੱਜ ਹੁਣ ਅਸੀਂ ਸਮਝਦੇ ਪਏ ਕਿ ਇਹ ਨਾਟਕ ਆ, ਖਾਣੇ ਐਵੇਂ ਬਣਾਏ। ਕਹਿਣ ਵੀ ਲੱਗ ਪਿਆ, ਕਹਿੰਦੇ ਰਾਮਚੰਦਰ ਹੋਏ ਨਹੀਂ, ਅਤੇ ਇੱਕ ਨਾਟਕ ਹੀ ਆ। ਅਤੇ ਮੈਂ ਕਿਹਾ ਉਹ ਨਹੀਂ ਹੋਏ, ਤੁਸੀਂ ਹੈਗੇ ਆ। ਇੱਥੇ ਪਿੱਛੇ ਆ ਗਏ, ਬੜੀ ਚੱਲੀ। ਫਿਰ ਅਸੀਂ ਕੱਢੇ ਗ੍ਰੰਥ ਸਾਰੇ, ਫਿਰ ਦੱਸਿਆ ਸਾਰਾ ਹੀ ਡਾਟਾ, ਇਹ ਹੈਰਾਨ ਹੋ ਗਿਆ। ਸੋ ਇਸ ਤਰ੍ਹਾਂ ਅੱਜ ਹੁਣ ਲੋਕ ਇਹੋ ਜਿਹਾ ਲੱਪ ਪਏ ਐਵੇਂ ਹੀ ਹਨ। ਹੁਣ ਸਾਡੇ ਵੀ ਗੱਲਾਂ ਇਹੋ ਜਿਹੀਆਂ ਲੱਗ ਪੈ ਕੇ ਕਰਨ। ਮਹਾਰਾਜ ਤਤੀ ਤਵੀ ਤੇ ਨਹੀਂ ਬਹਾਲੇ ਜੀ ਹਾਂਜੀ। ਅਤੇ ਹੋਰ ਧਰਤੀ ਤਪੀ ਹੋਈ ਸੀ। ਬਾਬਾ ਦੀਪ ਸਿੰਘ ਦਾ ਸੀਸ ਨਹੀਂ ਘੱਟ ਹੋਇਆ, ਨਹੀਂ ਜੋ ਜ਼ਖਮੀ ਸੀ ਇੱਕ ਹੱਥ ਨਾਲ ਆਸਰਾ ਦੇ ਕੇ ਫੇਰ ਲੜਦੇ ਸੀ। ਅਸੀਂ ਵੀ ਇੱਧਰ ਤੁਰ ਪਏ ਨਾ, ਅਸੀਂ ਕਿਹੜਾ ਘੱਟ ਕਰਦੇ ਹਾਂ। ਸੋ ਇਸ ਕਰਕੇ ਆਪ ਤੇ ਛੱਡਦਾ ਹੈ ਨਹੀਂ, ਦੁਆਂ ਦੇ ਪੱਲੇ ਵੀ ਨਹੀਂ ਰਹਿਣ ਦੇਣੇ। ਆਪ ਗਏ ਔਰ ਉਹਨੂੰ ਖੋਬਿਆ, ਆਗ ਲਗਾਏ ਮੰਦਰ ਮੈਂ ਸੋਵਿਆ, ਔਰ ਨਾ ਹਸਤਾਪ ਹੈ ਖਾਨੇ ਤਿੰਨ ਕੋ ਦੇਖ ਕੇ ਵੀਰ ਲੈ ਜਾਂਦੇ। ਕਹਿੰਦੇ ਇੰਨੇ ਬੇਸ਼ਰਮ ਢੀਠ ਹੋ ਗਏ, ਇਹਨਾਂ ਨੂੰ ਸ਼ਰਮ ਨਹੀਂ। ਕਬੀਰ ਸਾਹਿਬ ਕਹਿੰਦੇ ਸਾਨੂੰ ਹੀ ਦੇਖ ਕੇ ਲੱਜਾ ਹੁੰਦੀ ਹੈ ਵੀ ਇਹੋ ਜਿਹਾ ਤੋਂ ਬਚਾ ਕੇ ਰੱਖਿਓ ਨਾਸਤਕ ਬੰਦਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।